ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ। ਤਿਸ ਕੀ ਪਾਓ ਭਗਤ ਨਹਿ ਸਹਦੀ। ਜਿਨ ਐਸਾ ਹਰ ਨਾਮ ਨ ਚੇਤਿਓ, ਸੇ ਕਾਹੇ ਜਗ ਆਏ RAM ਰਾਜੇ। ਏ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਇ। ਹੁਣ ਵਤੈ ਹਰ ਨਾਮ ਨ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਬੇਸੁਮਾਰ ਅਥਾਹ ਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਏ ਵਿਸ ਗੰਧਲਾ, ਧਰੀਆਂ ਖੰਡ ਲਿਵਾੜ। ਇਕ ਰਾਹੇ ਦੇ ਰਹਿ ਗਏ, ਇਕ ਰਹਦੀ ਗਏ ਉਜਾੜ। ਫਰੀਦਾ ਚਾਰ ਗਵਾਇਆ ਹੰਢ ਕੈ, ਚਾਰ ਗਵਾਇਆ ਸਮਾ। ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹ ਦੇ ਕੰਮ। ਫਰੀਦਾ ਦਰ ਦਰ ਵਾਜੈ ਜਾਏ ਕੈ, ਕਿਉ ਡਿਠੋ ਘੜਿਆਲ। ਏਹ ਨਿਦੋਸਾਂ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ, ਪਹਿਰੀ ਲਹੈ ਸਜਾਏ। ਸੋ ਹੇੜਾ ਘੜਿਆਲ ਜਿਉ, ਦੁਖੀ ਰਹਿਣ ਵਿਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ, ਬਖਸ਼ਿਸ਼ ਭਰੀ, ਤਰਸ ਭਰੀ, ਮਿਹਰਮਤ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ
ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਮਨੁੱਖਾ ਜੀਵਨ ਦੇ ਅਵਸਰ ਨੂੰ ਸਤਿਗੁਰੂ ਕੀ ਸ਼ਬਦ ਦੀ ਸਾਧਨਾ ਦੇ ਨਾਲ ਜੁੜ ਕੇ, ਗੁਰ ਕੀ ਕਾਰ ਕਮਾਉਣ ਦੇ ਨਾਲ ਜੋੜ ਕੇ ਸਫਲ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਮਹਾਨ ਸੂਫੀ ਸੰਤ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਬਾਣੀ ਦੇ ਅੰਮ੍ਰਿਤਮਈ ਭਾਵ ਨੂੰ ਮੰਨਣ ਦਾ ਯਤਨ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਏ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਅੰਦਰ ਜਗਤ ਨਾਲ ਸੰਪਰਕ ਵਿੱਚ ਕਿਵੇਂ ਆਉਣਾ ਹੈ, ਜਾਂ ਜਗਤ ਜੋ ਦਿਸਦਾ ਜਗਤ ਹੈ, ਜੋ ਭਾਸਦਾ ਹੈ, ਜੋ ਮਹਿਸੂਸ ਹੁੰਦਾ ਹੈ, ਇਹਦਾ ਜਿਹੜਾ ਸੰਪਰਕ ਹੈ ਉਹ ਬਾਅਦ ਦੇ ਵਿੱਚ ਜੀਵ ਨੂੰ ਕੀ ਸਿਲਾ ਦਿੰਦਾ ਹੈ, ਉਸ ਦੇ ਸੰਬੰਧ ਵਿੱਚ ਬਾਬਾ ਫਰੀਦ ਸਾਹਿਬ ਜੀ ਅਨੁਭਵ ਸਨਮੁਖ ਰੱਖਦੇ ਹਨ। ਹੁਣ ਕੁਦਰਤੀ ਇੱਕ ਜ਼ਹਿਰੀਲੇ ਸੱਪ ਦੀ ਛੋਹ ਹੈ, ਉਹ ਮਨੁੱਖ ਦੇ ਪ੍ਰਾਣ ਤੱਕ ਹਰਨ ਕਰ ਸਕਦੀ ਹੈ। ਮਨੁੱਖ ਦੇ ਜੀਵਨ ਦੇ ਵਿੱਚ ਅਗਰ ਕਿਸੇ ਸਰਪ ਨੂੰ ਛੋਹਿਆ ਹੈ, ਉਹਦਾ ਲੱਗਿਆ ਹੋਇਆ ਫੁੰਕਾਰਾ ਮਨੁੱਖ ਦੇ ਅੰਦਰ ਜ਼ਹਿਰ ਆਦਿਕ ਦਾ ਵੀ ਸੰਚਾਰ ਕਰ ਸਕਦਾ ਹੈ। ਹਰੇਕ ਵਸਤੂ ਦੀ ਛੋਹ ਅਤੇ ਉਹਦੀ ਛੋਹ ਦਾ ਇੱਕ ਆਪਣਾ ਅਸਰ ਹੈ। ਇਸੇ ਤਰ੍ਹਾਂ ਹੀ ਹਰੇਕ ਵਸਤ ਦਾ ਇੱਕ ਆਪਣਾ ਰੂਪ, ਪਰ ਰੂਪ ਦੇ ਅੰਦਰ ਕੁਝ ਹੋਰ ਮੌਜੂਦ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਮਨੁੱਖ ਕੋਲੋਂ ਦ੍ਰਿਸ਼ਟੀ ਕੇਵਲ ਚੀਜ਼ ਦੇ ਬਾਹਰੀ ਰੂਪਾਂ ਨੂੰ ਦੇਖਣ ਦੀ ਹੈ। ਚੀਜ਼ ਦਾ ਬਾਹਰੀ ਵਰਤਾਰਾ ਕੀ ਹੈ, ਕਿਸੇ ਵਸਤੂ ਦਾ ਬਾਹਰੀ ਵਰਤਾਰਾ ਕੀ ਚੱਲ ਰਿਹਾ, ਜੀਵ ਕੇਵਲ ਇੱਥੋਂ ਤੱਕ ਬੁੱਝਦਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਇਹ ਵਿਸ ਗੰਦਲਾਂ। ਸਧਾਰਨ ਤਲ 'ਤੇ ਮਨੁੱਖ ਦੀ ਦ੍ਰਿਸ਼ਟੀ ਐਸੀ ਹੀ ਹੁੰਦੀ ਹੈ ਕਿ ਜਿਵੇਂ ਦੇਖ ਰਿਹਾ ਜਾਂ ਜਿਵੇਂ ਚੀਜ਼ ਦਾ ਰਸ ਆ ਰਿਹਾ ਹੈ, ਉਹਦੇ ਉਸੇ ਰਸ ਦੇ ਰੂਪ ਨੂੰ, ਉਸੇ ਅਵਸਥਾ ਨੂੰ ਉਹਨੇ ਅੰਤਮ ਮੰਨਿਆ ਹੋਇਆ। ਜਿਵੇਂ ਕਿ ਮਿਠਾਸ ਜਦ ਗਲੇ ਤੋਂ ਗੁਜ਼ਰਦੀ ਹੈ, ਮੂੰਹ ਵਿੱਚ ਘੁਲਦੀ ਹੈ, ਤਾਂ ਜੀਵਨ ਦੇ ਵਿੱਚ ਇਹਨੂੰ ਮਿਠਾਸ ਦਾ ਸਕੂਨ ਆਉਂਦਾ ਹੈ ਅਤੇ ਇਹਦੇ ਵਿੱਚ ਚਲਿਆ ਜਾਂਦਾ। ਪਰ ਇਸ ਗੱਲ ਤੋਂ ਅਗਿਆਤ ਰਹਿ ਜਾਂਦਾ ਹੈ ਕਿ ਇਹੀ ਕਦੇ ਮਿਠਾਸ ਜਾ ਕੇ ਇਸ ਤਰ੍ਹਾਂ ਦੀ ਕੌੜਤਣ ਬਣੇਗੀ ਕਿ ਮੁੜ ਕੇ ਪ੍ਰਤੱਖ ਤੌਰ 'ਤੇ ਮਿਠਾਸ ਦਾ ਖਿਆਲ ਵੀ ਨੇੜੇ ਨਹੀਂ ਆਉਣ ਦੇਵੇਗਾ। ਇਸ ਕਰਕੇ ਬਾਣੀ ਵਿੱਚ ਵਾਕ ਆਉਂਦੇ ਨੇ, ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਰੋਗ ਜਮਾਇਆ। ਕਿ ਕਈ ਪਦਾਰਥਾਂ ਨੂੰ ਮਿੱਠਾ ਕਰਕੇ ਜਾਣਦਾ ਹੈ, ਕਈਆਂ ਨੂੰ ਕੌੜਾ ਕਰਕੇ, ਪਰ ਰੋਗ ਦੋਵੇਂ ਪੈਦਾ ਕਰਦੇ ਨੇ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ। ਭਾਵ ਕਿ ਦ੍ਰਿਸ਼ਟੀ ਇਹ ਸੀ ਕਿ ਮੈਨੂੰ ਸਕੂਨ ਚਾਹੀਦਾ ਮਿਠਾਸ ਖਾ ਕੇ, ਪਰ ਉਸ ਮਿਠਾਸ ਨੇ ਬਾਅਦ ਦੇ ਵਿੱਚ ਜ਼ਹਿਰ ਦਾ ਰੂਪ ਧਾਰਨ ਕਰ ਲਿਆ। ਜਦ ਰੋਗ ਬਣ ਜਾਂਦਾ ਹੈ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਤਨਾ ਜਗਤ ਨਜ਼ਰ ਆ ਰਿਹਾ ਹੈ ਇਹ ਵਿਸ ਗੰਦਲਾਂ, ਇਹ ਗੰਦਲਾਂ ਵਰਗਾ ਹੈ, ਪਰ ਹੈ ਇਸ ਤਰ੍ਹਾਂ ਦੀਆਂ ਧਰੀਆਂ ਖੰਡ ਲਿਵਾੜ। ਇਹ ਲਿਵਾੜ ਭਾਵ ਕਿ ਉੱਪਰੋਂ ਖੰਡ ਦੇ ਆਦਿਕ ਵਿੱਚੋਂ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਗ੍ਰਹਿਣ ਕਰਕੇ ਰੱਖਿਆ ਗਿਆ ਹੈ, ਅਤੇ ਇਹਨਾਂ ਵਿਸ ਭਰੀਆਂ, ਜ਼ਹਿਰ ਭਰੀਆਂ ਗੰਦਲਾਂ ਨੂੰ ਉੱਪਰੋਂ ਚੱਖਦਿਆਂ ਬੜਾ ਸਵਾਦ ਆਉਂਦਾ ਹੈ, ਪਰ ਜਦ ਇਹਨਾਂ ਦੇ ਕੌੜੇ ਰਸ ਦਾ ਅਨੁਭਵ ਹੁੰਦਾ ਹੈ, ਫਿਰ ਜੀਵਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ। ਅਤੇ ਇੰਜ ਇਹ ਵਿਸ ਗੰਦਲਾਂ ਦੇ ਵੱਸ ਲੱਗ ਕੇ ਖੰਡ ਦੇ ਬਹਾਨੇ ਸਵਾਦ ਚੱਕਦਿਆਂ ਕੁੜੱਤਣ ਦੇ ਭਾਗੀ ਹੋ ਗਏ, ਇੱਕ ਰਾਹੇ ਦੇ ਰਹਿ ਗਏ। ਇੱਕ ਨੇ ਸਮਝਿਆ ਕਿ ਇਹ ਜਿਹੜਾ ਜੀਵਨ ਦੇ ਵਿੱਚ ਵਿਕਾਰਾਂ ਦੇ ਖਿਆਲ ਪੂਰੇ ਕਰਦਾ ਰਹਾਂਗਾ, ਕਰਦੇ ਰਹੇ, ਪਰ ਅੱਧ ਦੇ ਵਿੱਚ ਜੀਵਨ ਸਮਾਪਤ ਹੋ ਗਿਆ। ਇੱਕ ਰਾਧੀ ਗਏ ਉਜਾੜ, ਜਿਨ੍ਹਾਂ ਨੇ ਇੱਕ ਵਿਸ ਗੰਦਲਾਂ ਦਾ ਜੀਵਨ ਬੀਜ ਲਿਆ, ਉਹਨਾਂ ਨੂੰ ਵੀ ਛੱਡਣਾ ਪਿਆ। ਹੁਣ ਸ਼ਲੋਕ ਨੂੰ ਅਨੁਭਵ ਦੇ ਨੁਕਤੇ ਤੋਂ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਇਹ ਵਿਸ ਗੰਦਲਾਂ। ਹੁਣ ਮਨੁੱਖ ਦੇ ਜੇ ਦੇਖਣ ਦੇ ਪਸਾਰ ਦੀ ਗੱਲ ਕਰੀਏ ਤਾਂ ਬਾਹਰ ਬੜਾ ਕੁਝ ਮੌਜੂਦ ਹੈ। ਬਾਹਰ ਰੂਪ ਮੌਜੂਦ ਹੈ,
ਬਾਹਰ ਧਨ ਮੌਜੂਦ ਹੈ, ਬਾਹਰ ਮਾਇਆ ਦੀ ਭਟਕਣ ਮੌਜੂਦ ਹੈ, ਬੜਾ ਕੁਝ ਮੌਜੂਦ ਹੈ। ਵਿਸ਼ਾ ਹੈ ਕਿ ਮਨੁੱਖ ਕਿਹੜੀ ਗੱਲ ਤੋਂ ਕਿਵੇਂ ਭਰਮਦਾ ਹੈ। ਬੱਚੇ ਦੀ ਚੇਤਨਾ ਵਿਕਸਿਤ ਨਹੀਂ ਹੈ, ਉਹ ਕੇਵਲ ਪਦਾਰਥ ਦੇ ਤਲ 'ਤੇ, ਉਹ ਵੀ ਜਿਹੜਾ ਖਾਣ ਪੀਣ ਵਾਲਾ ਉਹਦੇ ਤਲ 'ਤੇ ਭਰਮ ਸਕਦਾ, ਇਸ ਤੋਂ ਅੱਗੇ ਨਹੀਂ। ਜਾਂ ਖੇਡਣ ਵਾਲਾ, ਉਹਦੀ ਚੇਤਨਾ ਦਾ ਵਿਕਾਸ ਇੰਨਾ ਕੁ ਹੈ, ਇੰਨੀ ਕੁ ਉਹਦਾ ਵਿਕਾਸ ਹੈ ਅਤੇ ਉਹ ਇਹਦੇ ਤਲ 'ਤੇ ਭਰਮਦਾ ਹੈ। ਇੱਕ ਨੌਜਵਾਨ ਦੇ ਜੀਵਨ ਦੇ ਵਿੱਚ ਮਾਇਆ ਦੇ ਅਨੁਭਵ ਦਾ ਨਵਾਂ ਨਵਾਂ ਖਿਆਲ ਉਤਪੰਨ ਹੁੰਦਾ ਹੈ। ਵਿਕਾਰਾਂ ਦੇ ਬੋਧ ਕਰਕੇ ਉਹ ਵਿਕਾਰਾਂ ਦੇ ਤਲ 'ਤੇ ਬਾਹਰ ਕਿਸੇ ਤਲ 'ਤੇ ਭਰਮ ਰਿਹਾ ਹੋ ਸਕਦਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬਿਰਧ ਦੇ ਤਲ 'ਤੇ ਜੀਵਨ ਦੀਆਂ ਜਿਹੜੀਆਂ ਅਧੂਰੀਆਂ ਵਾਸਨਾਵਾਂ ਨੇ ਉਹਨਾਂ ਦੇ ਤਲ 'ਤੇ ਭਰਮ ਸਕਦਾ। ਇਸ ਕਰਕੇ ਵਿਸ਼ਾ ਇਹ ਨਹੀਂ ਕਿ ਚੀਜ਼ਾਂ ਕਿਵੇਂ ਹਨ, ਵਿਸ਼ਾ ਇਹ ਹੈ ਕਿ ਮਨੁੱਖ ਨੇ ਉਹਨਾਂ ਦੇ ਨਾਲ ਅਨੁਭਵ ਕਿਵੇਂ ਜੋੜਿਆ ਹੋਇਆ ਹੈ। ਜਿਹੜੀ ਕੋਈ ਵੀ, ਜਿਵੇਂ ਸਿਆਣੇ ਆਖਦੇ ਹਨ ਕਿ ਜਦੋਂ ਜ਼ਹਿਰ ਵੀ ਸ਼ੁੱਧ ਕਰ ਲਈ ਜਾਵੇ, ਸੰਖਿਆ ਵਰਗੀ ਜਿਹੜੀ ਔਸ਼ਧੀ ਉਹਨੂੰ ਸ਼ੁੱਧ ਕਰ ਲਿਆ ਜਾਵੇ, ਉਹ ਅੰਮ੍ਰਿਤਮਈ ਰੂਪ ਬਣ ਜਾਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਵਿਸ ਗੰਧਲਾਂ ਜੀਵਨ ਦੇ ਵਿੱਚ ਮਾਇਆ ਦੀ ਮੈਲ ਦਾ ਅਨੁਭਵ ਜੀਵਨ ਨੂੰ ਹਰ ਨਾ ਲਵੇ। ਇਸ ਕਰਕੇ ਇਹ ਸਾਵਧਾਨੀ ਭਰਿਆ ਇੱਕ ਸ਼ਲੋਕ ਹੈ ਕਿ ਉੱਪਰੋਂ ਰਸ ਆਉਣਾ, ਪਰ ਉਹ ਰਸ ਬਾਅਦ ਦੇ ਵਿੱਚ ਕੁੜੱਤਣ ਵਿੱਚ ਤਬਦੀਲ ਹੋ ਜਾਏਗਾ। ਇਸ ਕਰਕੇ ਬਾਣੀ ਵਿੱਚ ਵਾਕ ਆਉਂਦੇ ਹਨ, ਜੇਤੇ ਰਸ ਸਰੀਰ ਕੇ ਤੇਤੇ ਲੱਗਹਿ ਦੁੱਖ। ਦੇਖਣ ਦਾ ਰਸ ਹੈ, ਬੜੇ ਕਾਮੁਕ ਦ੍ਰਿਸ਼ ਦੇਖੇ ਨੇ, ਬੜੇ ਰੂਪ ਦੀ ਵਾਸਨਾ ਨੂੰ ਭੋਗਿਆ ਹੈ, ਪਰ ਉਹਦਾ ਸਿਲਾ ਕੀ ਹੋਏਗਾ ਕਿ ਜਦੋਂ ਨੇਤਰ ਦਾ ਜੋਤ ਮੱਧਮ ਪੈ ਗਈ, ਦੇਖਣ ਦੀ ਜਿਹੜੀ ਸ਼ਕਤੀ ਘਟ ਗਈ ਅਤੇ ਦੇਖੇ ਨਾਲ ਜਿਹੜਾ ਹਿਰਦਾ ਪ੍ਰਭਾਵਿਤ ਹੋਇਆ ਹੈ, ਹੁਣ ਜਦੋਂ ਹੀ ਆਪਣੇ ਆਪ ਨੂੰ ਕਿਸੇ ਸੁਹਿਰਦ ਯਤਨ ਦੀ ਤਰਫ ਲਗਾਉਂਦਾ, ਭਗਤੀ ਵੱਲ, ਜਿਹੜੇ ਇਤਨੇ ਸਮੇਂ ਦੇ ਵਸੇ ਹੋਏ ਦ੍ਰਿਸ਼ ਨੇ ਉਹਨਾਂ ਦੀ ਇੱਕ ਲੜੀ ਚੱਲਣ ਲੱਗ ਪੈਂਦੀ ਸਿਮਰਤੀ ਦੇ ਵਿੱਚ, ਅਤੇ ਪੂਰੀ ਇਕਾਗਰਤਾ ਨਹੀਂ ਬਣਦੀ, ਅਤੇ ਉਹੀ ਨਕਸ਼ਾਂ ਦੀ ਫਿਰ ਵਾਸਨਾ ਬਣੀ ਰਹਿੰਦੀ ਹੈ। ਇਸ ਕਰਕੇ ਦੇਖਣ ਦਾ ਰਸ ਵੀ ਮਨੁੱਖ ਨੂੰ ਪਰੇਸ਼ਾਨ ਕਰਦਾ। ਇਸੇ ਕਰਕੇ ਸੁਣਨ ਦਾ ਰਸ ਜਿਹੜਾ ਹੈ ਉਹ ਵੀ ਪ੍ਰਭਾਵਿਤ ਕਰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਇਹ ਵਿਸ ਗੰਧਲਾਂ, ਮਨੁੱਖ ਬਾਹਰ ਜੋ ਕੁਝ ਮੌਜੂਦ ਹੈ, ਕਿਸੇ ਇੱਕ ਪੱਖ ਦੀ ਗੱਲ ਕਰ ਲਈ ਜਾਵੇ, ਕੁਦਰਤੀ ਅਸੀਂ ਰੂਪ ਦੇ ਪੱਖ ਦੀ ਗੱਲ ਕਰ ਲਈ ਜਾਵੇ, ਮਾਲਕ ਨੇ ਅਣਗਿਣਤ ਮਾਨਵਤਾ ਰਚ ਕੇ ਹਰੇਕ ਆਕਾਰ ਨੂੰ ਇੱਕ ਖੂਬਸੂਰਤੀ, ਇੱਕ ਗੁਣ ਦੇ ਕੇ, ਇੱਕ ਆਕਾਰ ਦੇ ਕੇ, ਇੱਕ ਸੁੰਦਰਤਾ ਦੇ ਕੇ ਨਵਾਜਿਆ ਹੈ। ਉਹ ਆਕਾਰ ਧਰਤੀ 'ਤੇ ਚੱਲਦੇ ਫਿਰਦੇ ਹਨ। ਤਾਂ ਇਹ ਵੀ ਗਿਆਨ ਦਾ ਨੁਕਤਾ ਹੈ ਕਿ ਇਹ ਆਕਾਰ ਬਿਨਸ ਜਾਣਗੇ, ਜਾਂ ਆਕਾਰ ਦਾ ਨੁਕਤਾ ਹੈ ਕਿ ਜਿੰਨਾ ਚਿਰ ਤੱਕ ਜੋਬਨ ਅਵਸਥਾ ਉਦੋਂ ਤੱਕ ਇਹ ਆਕਾਰ ਮੋਹਿਤ ਕਰਨਗੇ, ਬਾਅਦ ਦੇ ਵਿੱਚ ਨਹੀਂ ਹੋਣਗੇ। ਇਸ ਕਰਕੇ ਇਹ ਅਸਲੀਅਤ ਹੈ। ਇਸ ਅਸਲੀਅਤ ਨੂੰ ਮਨੁੱਖ ਦਰਕਿਨਾਰ ਕਰ ਦਿੰਦਾ ਹੈ, ਕੁਝ ਦਿਨਾਂ ਦੇ ਰੂਪ 'ਤੇ, ਕੁਝ ਦਿਨਾਂ ਦੀ ਜੋਬਨ ਅਵਸਥਾ ਦੇ ਤਲ 'ਤੇ ਭਰਮ ਜਾਂਦਾ ਹੈ, ਅਤੇ ਉਹ ਭਰਮਿਆ ਹੋਇਆ ਚਿੱਤ ਮੁੜ ਕੇ ਜ਼ਿੰਦਗੀ ਭਰ ਮਨੁੱਖ ਦਾ ਸਾਵਧਾਨ ਨਹੀਂ ਹੁੰਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਠੀਕ ਹੈ ਕਿ ਜੀਵਨ ਦੇ ਵਿੱਚ ਵਿਕਾਰਾਂ ਦਾ ਨਵ ਅਨੁਭਵ ਹੋਇਆ ਹੈ, ਪਰ ਇਹ ਵਿਕਾਰਾਂ ਦਾ ਨਵ ਅਨੁਭਵ ਚਿੱਤ ਨੂੰ ਪੂਰੀ ਤਰ੍ਹਾਂ ਮੈਲਾ ਕਰਕੇ ਰੱਖ ਦੇਗਾ, ਮੁੜ ਕੇ ਭਗਤੀ ਦੀ ਤਰਫ ਕੋਈ ਯਤਨ ਨਹੀਂ ਕੀਤਾ ਜਾ ਸਕੇ। ਇਸ ਕਰਕੇ ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਇਹਨਾਂ ਦਾ ਉੱਪਰਲਾ ਰਸ ਬੜਾ ਮਤਲਬ ਮਨੁੱਖ ਨੂੰ ਆਕਰਸ਼ਕ ਲੱਗਦਾ ਹੈ, ਪਰ ਇਹਨਾਂ ਦਾ ਅੰਤਰੀਵ ਕੁੜੱਤਣ ਵਾਲਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦਾ ਇੱਕ ਸੁੰਦਰ ਪ੍ਰਮਾਣ ਮਿਲਦਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਕੋਲ ਇੱਕ ਜਗਿਆਸੂ ਆਇਆ ਤਾਂ ਕਹਿਣ ਲੱਗਾ ਕਿ ਬਾਬਾ ਫਰੀਦ ਸਾਹਿਬ ਜੀ ਕਿ ਜੀਵਨ ਦੇ ਵਿੱਚ ਜਿਹਨੇ ਮਾਇਆ ਦੇ ਪ੍ਰਭਾਵ ਤੋਂ ਬਚਣਾ ਹੋਵੇ ਉਹਨੂੰ ਕੀ ਕਰਨਾ ਚਾਹੀਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੱਥ ਨਾ ਲਾਏ ਕਸੁੰਬੜ ਹੈ ਜਲ ਜਾਸੀ ਢੋਲਾ। ਇਹਨੂੰ ਹੱਥ ਲਾਉਣ ਦਾ ਵੀ ਯਤਨ ਨਾ ਕਰ। ਹੱਥ ਲਾਉਣ ਦਾ ਭਾਵ ਕੀ ਹੈ ਕਿ ਜਿਹੜੇ ਵਿਕਾਰਾਂ ਦਾ ਬੋਧ ਮਨ 'ਚ ਪੈਦਾ ਹੋ ਕੇ ਬਾਰ-ਬਾਰ ਫੁਰਨੇ ਉਤਪੰਨ ਹੁੰਦੇ ਨੇ ਅਤੇ ਲੱਗਦਾ ਕਿ ਚੱਲ ਇੱਕ ਦਫਾ ਕਰਕੇ ਦੇਖ ਲੈਂਦੇ ਹਾਂ ਜੀਵਨ ਦੇ ਵਿੱਚ ਕੀ ਹੋ ਜਾਏਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਲ ਜਾਸੀ ਢੋਲਾ, ਬਾਅਦ ਦੇ ਵਿੱਚ ਇਹ ਵਿਕਾਰ ਐਸਾ ਜਲਾਉਣਗੇ ਕਿ ਜ਼ਿੰਦਗੀ ਭਰ ਮੁੜ ਕੇ ਅੰਦਰ ਦਾ ਠਹਿਰਾਓ ਨਹੀਂ ਬਣੇਗਾ। ਇਸ ਕਰਕੇ ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਅਤੇ ਇਹਨਾਂ ਨੇ ਆਪਣਾ ਰੂਪ ਬੜਾ ਆਕਰਸ਼ਕ ਬਣਾਇਆ ਹੈ, ਉੱਪਰੋਂ ਮਿਠਾਸ ਦਿੰਦੀਆਂ ਹਨ। ਇਸ ਕਰਕੇ ਇੱਕ ਬੜਾ ਕਮਾਲ ਦਾ ਅਨੁਭਵ ਹੈ ਕਿ ਕਿਸੇ ਪੁਰਸ਼ ਨੇ ਸਾਰੀ ਜ਼ਿੰਦਗੀ ਵਾਸਨਾ ਵਿਕਾਰਾਂ ਦੇ ਵਿੱਚ ਬਤੀਤ ਕੀਤੀ, ਅਤੇ ਜਦੋਂ ਆਪਣੇ ਜੀਵਨ ਦੇ ਅੰਤਮ ਸਮੇਂ ਦੇ ਵਿੱਚ ਪਹੁੰਚਿਆ
ਤਾਂ ਉਹਨੂੰ ਕਿਸੇ ਨੇ ਪੁੱਛਿਆ ਕਿ ਜਿਤਨੀ ਸਾਰੀ ਜ਼ਿੰਦਗੀ ਵਕਾਰ ਵਾਸਨਾਵਾਂ ਭੋਗਦਾ ਰਿਹਾ, ਇਹਦਾ ਅਨੁਭਵ ਕੀ ਹੈ ਤੇਰੇ ਕੋਲ? ਤਾਂ ਕਹਿਣ ਲੱਗਾ ਕਿ ਵਾਸਨਾ ਨੇ ਪਹਿਲੇ ਤੌਰ 'ਤੇ ਜਿਹੜਾ ਅਨੁਭਵ ਸੀ ਉਹ ਸੁੱਖ ਦਿੱਤਾ, ਪਰ ਉਸ ਸੁੱਖ ਦੇ ਮਗਰ ਇੱਕ ਗਹਿਰਾ ਦੁੱਖ ਛੁਪਿਆ ਹੋਇਆ ਸੀ। ਅਤੇ ਕਹਿਣ ਲੱਗਾ ਉਹ ਗਹਿਰਾ ਦੁੱਖ ਕੀ ਹੈ? ਕਹਿੰਦਾ ਗਹਿਰਾ ਦੁੱਖ ਇਹ ਹੈ ਕਿ ਮੇਰੇ ਜੀਵਨ ਦਾ ਹਰ ਹਿੱਸਾ ਅੱਜ ਮਲੀਨ ਹੈ। ਅੱਜ ਮੇਰੇ ਜੀਵਨ ਦੇ ਕਿਸੇ ਹਿੱਸੇ ਦੇ ਵਿੱਚ ਪਵਿੱਤਰਤਾ ਨਹੀਂ ਬਚੀ ਹੋਈ। ਇਸ ਕਰਕੇ ਜੀਵਨ ਇਹਨਾਂ ਦੇ ਹੱਥੋਂ ਠੱਗਿਆ ਗਿਆ। ਇਸ ਕਰਕੇ ਮੈਂ ਇਸ ਅਨੁਭਵ 'ਤੇ ਪਹੁੰਚਿਆ ਹਾਂ ਕਿ ਠੀਕ ਹੈ, ਵਕਾਰ ਸੁੱਖ ਦੇ ਦਿੰਦੇ ਨੇ, ਥੋੜ੍ਹੇ ਸਮੇਂ ਦਾ ਅਲਪ ਸੁੱਖ ਦਿੰਦੇ ਨੇ, ਪਰ ਜੀਵਨ ਦੇ ਵਿੱਚ ਐਸੀ ਮੈਲ ਦਾਖਲ ਕਰ ਦਿੰਦੇ ਨੇ ਕਿ ਮੁੜ ਕੇ ਬੰਦੇ ਨੂੰ ਬਾਰ-ਬਾਰ ਆਉਣ 'ਤੇ ਮਜਬੂਰ ਹੋਣਾ ਪੈਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ। ਹੁਣ ਸਾਰੇ ਪੱਖਾਂ ਤੋਂ ਗੱਲ ਹੋ ਸਕਦੀ ਹੈ, ਰੂਪ ਦੇ ਪੱਖ ਤੋਂ ਹੋ ਸਕਦੀ ਹੈ, ਧਨ ਦੇ ਪੱਖ ਦੀ ਗੱਲ ਕਰ ਲਈਏ। ਧਨ ਦੀ ਪ੍ਰਾਪਤੀ ਬੰਦੇ ਨੂੰ ਬੜੀ ਚੰਗੀ ਲੱਗਦੀ ਹੈ ਕਿ ਬਹੁਤ ਜ਼ਿਆਦਾ ਧਨ ਸੰਚ ਲਿਆ ਜਾਵੇ। ਬਹੁਤ ਜ਼ਿਆਦਾ ਧਨ ਸੰਚ ਲੈਂਦਾ ਹੈ। ਧਨ ਸੰਚਣ ਤੋਂ ਬਾਅਦ ਉਹਨੂੰ ਇੱਕ ਸੀਮਾ ਦੇ ਵਿੱਚ ਰੱਖਦਾ, ਨਾ ਖਰਚਦਾ, ਨਾ ਦਾਨ ਕਰਦਾ, ਨਾ ਕਿਸੇ ਤਰ੍ਹਾਂ ਨਿਵੇਸ਼ ਕਰਦਾ, ਕੇਵਲ ਉਹਨੂੰ ਸੰਭਾਲ ਕੇ ਰੱਖਦਾ ਹੈ। ਹੁਣ ਅੱਜ ਤਾਂ ਇਹ ਮਿਠਾਸ ਦੇ ਰਿਹਾ, ਅੱਜ ਇਹ ਸਕੂਨ ਦੇ ਰਿਹਾ, ਧਨ ਕਿਤਨੀ ਸੰਪੱਤੀ ਹੈ। ਪਰ ਇਹ ਧਨ ਜਦੋਂ ਜਿਵੇਂ ਔਲਾਦ ਦੇ ਤਲ 'ਤੇ ਖਰਾਬ ਹੋਣਾ ਸ਼ੁਰੂ ਹੋ ਜਾਏ, ਜਾਂ ਜਦੋਂ ਪਤਾ ਹੈ ਕਿ ਜੀਵਨ ਸਿਮਟਣ ਵਾਲਾ, ਹੁਣ ਇਸ ਧਨ ਦਾ ਵਾਰਸ ਜਾਂ ਮਾਲਕ ਨਹੀਂ ਰਹਾਂਗਾ, ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਇਹੀ ਸੁੱਖ ਦੁੱਖ ਦੇ ਵਿੱਚ ਤਬਦੀਲ ਹੋਇਆ। ਦੁੱਖ ਕਿਵੇਂ? ਕਿ ਵਾਸਨਾ ਕਰਕੇ ਮਰੇਗਾ, ਧਨ ਦੀ ਵਾਸਨਾ ਕਰਕੇ ਮਰੇਗਾ, ਅਤੇ ਵਾਸਨਾ ਹੀ ਸਭ ਤੋਂ ਵੱਡਾ ਦੁੱਖ ਹੈ। ਅਤੇ ਇਹ ਹੁਣ ਕੁੜੱਤਣ ਨੂੰ ਦੂਰ ਕਰਨਾ ਹੋਵੇ ਤਾਂ ਮਿਠਾਸ ਦਾ ਵਿਕਲਪ ਮੌਜੂਦ ਹੈ, ਪਰ ਜਦੋਂ ਮਿਠਾਸ ਨੂੰ ਦੂਰ ਕਰਨਾ ਹੋਵੇ ਅਤੇ ਕੁੜੱਤਣ ਨੂੰ ਦੂਰ ਕਰਨ ਦੇ ਲਈ ਮਿਠਾਸ ਦਾ ਵਿਕਲਪ ਮੌਜੂਦ ਹੈ। ਜਦੋਂ ਇੱਕ ਵਾਰੀ ਜੀਵਨ ਵਾਸਨਾ ਦੇ ਵਿੱਚ ਭ੍ਰਮਿਤ ਹੋ ਗਿਆ, ਇਹਦਾ ਦੂਜਾ ਕੋਈ ਵਿਕਲਪ ਮੌਜੂਦ ਨਹੀਂ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵਾਸਨਾ ਦੇ ਦੁੱਖ ਕਰਕੇ ਮਰਨਾ ਪੈਂਦਾ ਹੈ। ਇਸ ਕਰਕੇ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ। ਇੱਕ ਸਨ ਜਿਨ੍ਹਾਂ ਨੇ ਸੋਚਿਆ ਕਿ ਰੂਪ ਦੇ ਤਲ 'ਤੇ ਆਪਣੀ ਕਾਮੁਕ ਵਾਸਨਾਵਾਂ ਦੀ ਪੂਰਤੀ ਕਰਦੇ ਜਾਈਏ, ਕਹਿੰਦੇ ਕਰਦੇ ਰਹੇ ਸਾਰੀ ਜ਼ਿੰਦਗੀ। ਇੱਕ ਰਾਧੀ ਗਏ ਉਜਾੜ, ਜਿੰਨੀ ਕੁ ਹੋਈ ਅੱਧ ਦੇ ਵਿੱਚ ਛੱਡਣਾ ਪਿਆ। ਕਹਿੰਦੇ ਹੈਦਰਾਬਾਦ ਦੇ ਨਿਜ਼ਾਮ ਦੀਆਂ 400 ਰਾਣੀਆਂ ਸਨ। ਹੁਣ ਕੁਦਰਤੀ ਹੈ, ਇਹ ਕੀ ਹੈ? ਇੱਕ ਅਨੁਭਵ, ਇੱਕ ਮਾਇਆ ਦਾ ਬਿਖਮਈ ਅਨੁਭਵ ਹੈ। ਬਿਖਮਈ ਅਨੁਭਵ ਕਦੇ ਆਪ ਜੀ ਨੇ ਜੀਵਨ ਦੇ ਵਿੱਚ ਐਸੇ ਬੰਦੇ ਦੇਖੇ ਹੋਣਗੇ ਜਿਨ੍ਹਾਂ ਨੂੰ 5-7 ਸੱਪਾਂ ਦੀ ਜ਼ਹਿਰ ਵੀ ਕੁਝ ਅਸਰ ਨਹੀਂ ਕਰਦੀ। ਉਹਨਾਂ ਦੇ ਕੁਦਰਤੀ ਸਰੀਰ ਦੀ ਪ੍ਰਕਿਰਤੀ ਇੰਜ ਦੀ ਬਣ ਜਾਂਦੀ ਹੈ। ਤਾਂ ਕਈ ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਇਹ ਵਿਸ ਗੰਧਲਾਂ, ਇਸ ਮਾਇਆ ਦਾ ਅਨੁਭਵ ਜਿਹੜਾ ਹੈ, ਜਦੋਂ ਇੱਕ ਵਾਰੀ ਜੀਵਨ 'ਚ ਆ ਜਾਂਦਾ ਹੈ, ਫਿਰ ਇਹ ਦਿਨ ਬਾ ਦਿਨ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੰਦਾ ਹੈ। ਇੱਕ ਵਾਰੀ ਦੇਖਣ ਦੀ ਚਾਹਤ ਦੂਜੀ ਵਾਰੀ ਦੇਖਣ ਦੇ ਮਜਬੂਰ ਕਰਦੀ ਹੈ। ਕਿਵੇਂ ਦਾ ਹੈ? ਇੱਕ ਵਾਰੀ ਸੰਚਣ ਦੀ ਹਾਲਤ ਅਗਲੇ 'ਤੇ ਵਧਣ 'ਤੇ। ਹੁਣ ਦੁਨੀਆ ਦੇ ਵਿੱਚ ਜਿੰਨੇ ਤ੍ਰਿਸ਼ਨਾ ਦੇ ਅਧੀਨ ਹਨ, ਕਦੇ ਪੁੱਛ ਲੈਣਾ ਕਿ ਉਹਨਾਂ ਦੀ ਤ੍ਰਿਸ਼ਨਾ ਪਹਿਲਾਂ ਕਿਸ ਪੱਧਰ 'ਤੇ ਸੀ? ਪਹਿਲਾਂ ਕੇਵਲ ਲੱਖਪਤੀ ਹੋਣ ਦੀ ਤ੍ਰਿਸ਼ਨਾ ਸੀ, ਲੱਖਪਤੀ ਹੋ ਗਿਆ, ਰੁਕੀ ਨਹੀਂ, ਕਰੋੜ 'ਤੇ ਆ ਗਈ ਹੈ, ਕਰੋੜ ਤੋਂ ਵੀ ਅੱਗੇ ਚਲੀ ਗਈ ਹੈ। ਜੀਵਨ ਦੇ ਵਿੱਚ ਰੂਪ ਦੀ ਵਾਸਨਾ ਸੀ, ਗ੍ਰਸਤ ਤੱਕ ਆਈ, ਗ੍ਰਸਤ ਦੀ ਮਰਿਆਦਾ ਨੂੰ ਵੀ ਭੰਗ ਕੀਤਾ, ਕਿਸੇ ਹੋਰ ਤੱਕ ਗਈ ਔਰ ਵੱਧਦੀ ਚਲੀ ਜਾ ਰਹੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਧਰੀਆਂ ਖੰਡ ਲਿਵਾੜ, ਇਹ ਬੜੀਆਂ ਆਨੰਦਦਾਇਕ ਰੂਪ 'ਚ ਰੱਖੀਆਂ ਹੋਈਆਂ ਨੇ, ਪਰ ਇਹਨਾਂ ਦੀ ਅਸਲ ਹਾਲਤ ਕੀ? ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਇਹ ਉੱਜੜ ਗਏ ਹਨ ਇਹਨਾਂ ਦੀ ਵਾਸਨਾ ਦੀ ਪੂਰਤੀ ਨੂੰ ਕਰਦਿਆਂ ਕਰਦਿਆਂ। ਇਸ ਕਰਕੇ ਬਾਬਾ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਰੂਪ ਜਾਤ ਰੂਪ ਮਾਲ ਜਾਤ, ਰੂਪ ਜਾਤ ਜੋ ਮਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਨੈ ਨਾ ਰਹੀਆਂ ਲੱਜ। ਜਾਂ ਬਾਣੀ ਵਿੱਚ ਵਾਕ ਆਉਂਦੇ ਹਨ, ਮੱਖੀ ਮਿੱਠਾ ਮਰਨਾ, ਕਿ ਇਹਦਾ ਜੀਵਨ ਮੱਖੀ ਨੇ ਮਿਠਾਸ ਦਾ ਰਸ ਲੈਣਾ ਹੈ, ਪਰ ਇਹਦੇ ਵਿੱਚ ਮਰਨਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਵਿਸ ਗੰਧਲਾਂ ਦਾ ਇੱਕ ਅਨੁਭਵ ਇਹ ਵੀ ਹੈ, ਜਿਵੇਂ ਬਾਣੀ ਵਿੱਚ ਵਾਕ ਆਉਂਦਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਹੁਣ ਕੱਲੇ ਕੱਲੇ ਜੀਵ ਦੇ ਤਲ 'ਤੇ ਹਥਨੀ ਦਾ ਆਕਰਸ਼ਣ ਪੈਦਾ ਹੋਇਆ ਹਾਥੀ ਦੇ ਅੰਦਰ, ਕਾਲਬੂਤ ਕੀ ਹਸਤਨੀ ਦਾ ਆਕਰਸ਼ਣ ਪੈਦਾ ਹੋਇਆ ਹਾਥੀ ਦੇ ਅੰਦਰ, ਅਤੇ ਚਾਹੁੰਦਾ ਹੈ ਕਿ ਆਪਣੀ ਕਾਮ ਵਾਸਨਾ ਦੀ ਪੂਰਤੀ ਲਈ ਭੱਜਾ ਜਾਂਦਾ ਹੈ। ਉੱਥੇ ਜਾ ਕੇ ਵੱਡੇ ਟੋਏ ਵਿੱਚ ਗਿਰ ਜਾਂਦਾ, ਪਕੜਿਆ ਜਾਂਦਾ, ਕੁੰਡਾ ਲਗਾ ਕੇ ਜੀਰਾਂ ਮਾਰ ਕੇ, ਜੰਜੀਰਾਂ ਮਾਰ ਕੇ ਮੁਹਾਵਤ ਆਪਣੇ ਅਧੀਨ ਕਰ ਲੈਂਦੇ ਨੇ।
ਇੱਕ ਕਾਮ ਦੀ ਵਾਸਨਾ ਨੇ ਸਾਰੀ ਜ਼ਿੰਦਗੀ ਮੁਹਾਵਤ ਦਾ ਗੁਲਾਮ ਬਣਾ ਦਿੱਤਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੜੀ ਸੁੰਦਰ ਲੱਗ ਰਹੀ ਸੀ ਉਦੋਂ ਤੱਕ, ਜਦੋਂ ਹਸਤੀ ਨੂੰ ਦੂਰੋਂ ਦੇਖਦਾ ਸੀ ਉਹਦੇ ਆਕਰਸ਼ਣ ਵਿੱਚ ਭੱਜਿਆ ਗਿਆ ਅਤੇ ਆਖਰ ਸਾਰੀ ਜ਼ਿੰਦਗੀ ਕੁੰਡੇ ਦੀ ਮਾਰ ਸਹਿਣੀ ਪਈ। ਉੱਪਰੋਂ ਬੜੀ ਚੰਗੀ ਲੱਗ ਰਹੀ ਸੀ ਕਿ ਮੇਰੀ ਕਾਮਕ ਜਿਹੜੀ ਵਾਸਨਾ ਉਹ ਪੂਰੀ ਹੋਏਗੀ, ਪਰ ਉਹੀ ਕਾਮਕ ਵਾਸਨਾ ਉਹਦੇ ਲਈ ਜ਼ਿੰਦਗੀ ਭਰ ਦਾ ਦੁੱਖ ਬਣ ਗਈ। ਇਸੇ ਤਰ੍ਹਾਂ ਆਖਦੇ ਹਨ ਕਿ ਬਾਣੀ ਦੇ ਵਿੱਚ ਵਾਕ ਹਨ ਭਗਤ ਸਾਹਿਬਾਨਾਂ ਦੇ ਕਿ ਵਿਖੈ ਬਾਚ ਹਰ ਰਾਜ ਸਮਝ ਮਨ ਬੌਰਾ ਰੇ। ਕਹਿੰਦੇ ਜਿਉਂ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਬਾਂਦਰ ਨੂੰ ਭ੍ਰਮਿਤ ਕੀਤਾ ਜਾਂਦਾ ਹੈ ਕਿ ਕੁੱਜੇ ਦੇ ਵਿੱਚ ਕਾਫੀ ਸਾਰੀਆਂ ਫੁੱਲੀਆਂ ਪਾ ਕੇ, ਉਹ ਸਮਝਦਾ ਕਿ ਮੇਰੇ ਹੱਥ ਬੜੀਆਂ ਆ ਜਾਣਗੀਆਂ। ਉਸ ਕੁੱਜੇ ਦੇ ਵਿੱਚ ਹੱਥ ਪਾ ਕੇ ਜਦੋਂ ਹੀ ਕੱਢਣ ਲੱਗਦਾ, ਉੱਪਰ ਉਹਨਾਂ ਛੋਟਾ ਜਿਹਾ ਸ਼ਿਕੰਜਾ ਲਗਾਇਆ ਹੁੰਦਾ, ਹੱਥ ਪਕੜਿਆ ਜਾਂਦਾ ਹੈ। ਲੋਭ ਕਰਕੇ ਸਾਰੀ ਜ਼ਿੰਦਗੀ ਮਦਾਰੀ ਦੇ ਡੰਡੇ ਸਹਿੰਦਾ। ਉੱਪਰੋਂ ਚੰਗਾ ਲੱਗਿਆ ਸੀ ਨਾ ਕਿ ਫੁੱਲੀਆਂ ਮੇਰੀ ਭੁੱਖ ਦੀ ਪੂਰਤੀ ਹੋਏਗੀ, ਮੇਰੇ ਸਵਾਦ ਦੀ ਪੂਰਤੀ ਹੋਏਗੀ, ਪਰ ਇਹੀ ਸਵਾਦ ਦੀ ਪੂਰਤੀ ਜ਼ਿੰਦਗੀ ਭਰ ਉਹਦੀ ਗੁਲਾਮੀ ਦਾ, ਉਹਦੇ ਸੰਕਟ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਵਿਚਾਰ ਖਿਆਲ ਆਉਂਦਾ ਹੈ ਕਿ ਜਿਵੇਂ ਜਿਹੜਾ ਮਨੁੱਖ ਹੈ, ਜਿਵੇਂ ਭੌਰਾ, ਉਹ ਚਾਹੁੰਦਾ ਸੁਗੰਧੀ ਦੀ ਸਿਖਰ ਤੱਕ ਜਾਵਾਂ, ਅਤੇ ਸੁਗੰਧੀ ਦੀ ਬਣੀ ਹੋਈ ਲਾਲਸਾ ਬੜੀ ਆਈ ਜਾਂਦੀ ਹੈ, ਪਰ ਇਹ ਨਹੀਂ ਪਤਾ ਕਿ ਫੁੱਲ ਦਾ ਸੁਭਾਅ ਸਿਮਟਣਾ ਵੀ ਹੈ, ਅਤੇ ਜਦੋਂ ਇਹ ਸਿਮਟ ਗਿਆ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ। ਇਸ ਕਰਕੇ ਭੌਰਾ ਸੁਗੰਧੀ ਦੇ ਹੱਥੋਂ ਮਰਦਾ ਹੈ। ਜਿਹੜਾ ਪਤੰਗਾ ਹੈ ਉਹ ਸਮਝਦਾ ਹੈ ਕਿ ਜੇ ਮੈਂ ਪਤਾ ਨਹੀਂ ਰੌਸ਼ਨੀ ਦੇ ਉੱਪਰ ਪਰ ਮਾਰ ਕੇ ਕਿਹੜਾ ਰਸ ਲੈ ਲਵਾਂਗਾ, ਮਾਰੀ ਜਾਂਦਾ ਬਾਰ-ਬਾਰ, ਆਖਰ ਰੌਸ਼ਨੀ ਜਿਹੜਾ ਹੈ ਪੰਖ ਸਾੜ ਦਿੰਦੀ ਹੈ ਅਤੇ ਡਿੱਗ ਕੇ ਮਰ ਜਾਂਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਇਹ ਵਿਸ ਗੰਧਲਾ ਉੱਪਰੋਂ ਬੜੀਆਂ ਚੰਗੀਆਂ ਲੱਗਦੀਆਂ ਹਨ, ਅਤੇ ਪਰ ਜਦੋਂ ਤੱਕ ਜੀਵਨ ਸਮਾਪਤੀ ਤੱਕ ਪੁੱਜਦਾ ਹੈ ਉਦੋਂ ਤੱਕ ਇਹ ਜ਼ਹਿਰੀਲੀਆਂ ਹੋ ਜਾਂਦੀਆਂ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਧਰੀਆਂ ਖੰਡ ਲਿਵਾੜ। ਹੁਣ ਵਿਸ਼ਾ ਇਹ ਹੈ ਕਿ ਅਧਿਆਤਮ ਦੇ ਵਿੱਚ ਬੰਦੇ ਨੇ ਆਪਣੇ ਅੰਤਰੀਵ ਨੂੰ ਸਵੱਛ ਰੱਖਣਾ ਹੈ। ਹੁਣ ਕੁਦਰਤੀ ਕਈ ਵਾਰੀ ਬਹੁਤ ਅਰਜ਼ ਕਰਨਗੇ ਇਕਾਗਰਤਾ ਦੇ ਸੰਬੰਧ ਵਿੱਚ ਕਿ ਜੀ ਇਕਾਗਰਤਾ ਜਾਂ ਨਿਰੰਤਰਤਾ ਨਹੀਂ ਬਣਦੀ, ਤਾਂ ਉਹਦਾ ਕੋਈ ਕਾਰਨ ਹੈ ਕਿ ਆਪਣੇ ਚਿੱਤ ਦੀ ਸੰਭਾਲ ਨਹੀਂ ਹੈ। ਕੀ ਸੁਣਿਆ ਜਾ ਰਿਹਾ ਹੈ ਇਹਦੇ ਬਾਰੇ ਵੀ ਕੋਈ ਨਿਰਣਾ ਨਹੀਂ, ਕੀ ਦੇਖਿਆ ਜਾ ਰਿਹਾ ਇਹਦੇ ਬਾਰੇ ਵੀ ਕੋਈ ਗਹਿਰੀ ਸਮਝ ਨਹੀਂ, ਕਿਵੇਂ ਦੀ ਹਿਰਦੇ 'ਚ ਕਲਪਨਾ ਕੀਤੀ ਜਾ ਰਹੀ ਇਸ ਗੱਲ ਦਾ ਵੀ ਕੋਈ ਬੋਧ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਅਤੇ ਇਹ ਉੱਪਰੋਂ ਬੜੀਆਂ ਸੁਹਾਵਣੀਆਂ ਪ੍ਰਤੀਤ ਹੁੰਦੀਆਂ ਨੇ। ਵਿਕਾਰਾਂ ਦੇ ਸਾਰੇ ਰਸ ਉੱਪਰੋਂ ਬੜੇ ਚੰਗੇ ਲੱਗਦੇ ਹਨ, ਪਰ ਜਦੋਂ ਜੀਵਨ ਦੀ ਸੰਧਿਆ ਆਉਂਦੀ ਹੈ ਉਦੋਂ ਇਹ ਜ਼ਹਿਰ ਵਰਗੇ ਪ੍ਰਤੀਤ ਹੁੰਦੇ ਹਨ। ਇੱਕ ਰਾਹੇ ਦੇ ਰਹਿ ਗਏ। ਇਕਨਾਂ ਨੇ ਸਮਝਿਆ ਕਿ ਸਾਰੀ ਜ਼ਿੰਦਗੀ ਪੂਰਤੀ ਕਰਦੇ ਰਹਿ ਗਏ, ਫਿਰ ਉਹਨਾਂ ਦੇ ਜੀਵਨ 'ਚ ਹੱਥ ਵੱਸ ਕੁਝ ਆਇਆ ਨਾ। ਇੱਕ ਰਾਧੀ ਗਏ ਉਜਾੜ। ਇਕਨਾਂ ਨੇ ਜਿੰਨਾ ਕੁ ਪ੍ਰਬੰਧ ਕੀਤਾ ਉਸ ਸਾਰੇ ਨੂੰ ਵੀ ਉਜਾੜ ਕੇ ਤੁਰ ਗਏ ਹਨ। ਇਹਦੇ ਸੰਬੰਧ ਦੇ ਵਿੱਚ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਬਾਬਾ ਫਰੀਦ ਸਾਹਿਬ ਜੀ ਨੂੰ ਇੱਕ ਵਾਰੀ ਸ਼ੇਖ ਨਿਜ਼ਾਮੂਦੀਨ ਔਲੀਆ ਨੇ ਪੁੱਛਿਆ, ਬਾਬਾ ਫਰੀਦ ਸਾਹਿਬ ਜੀ ਕਿ ਫਕੀਰ ਨੂੰ ਕੀ ਦੁਨੀਆ ਦੀ ਵਾਕਿਆ ਹੀ ਕੋਈ ਚਾਹਤ ਨਹੀਂ ਰੱਖਣੀ ਚਾਹੀਦੀ ਕਿ ਇਹ ਕਦੇ ਤਾਂ ਵੇਖੋ ਉਹਨਾਂ ਨੇ ਹਵਾਲਾ ਇਹ ਦਿੱਤਾ ਸੀ ਕਿ ਦੇਖੋ ਦੁਨੀਆ ਦਾ ਇੰਨਾ ਸਿਲਸਿਲਾ ਚੱਲ ਰਿਹਾ ਹੈ, ਉਹ ਦੁਨੀਆ ਦੇ ਸਿਲਸਿਲੇ ਵਿੱਚ ਵਿਕਾਰ ਵੀ ਨੇ, ਲੋਭ ਵੀ ਹੈ, ਸਾਰਾ ਕੁਝ ਹੈ, ਅਤੇ ਕੀ ਫਕੀਰ ਨੂੰ ਜਾਂ ਜਿਹੜਾ ਸੂਫੀ ਹੈ ਉਹਨੂੰ ਦੁਨਿਆਵੀ ਕਿਸਮ ਦੀ ਕੋਈ ਖਾਸ਼ ਨਹੀਂ ਰੱਖਣੀ ਚਾਹੀਦੀ। ਜੇ ਇੱਕ ਅੱਧੀ ਰੱਖ ਲਵੇ ਤਾਂ ਉਹਦਾ ਜਾਂ ਆਕਰਸ਼ਣ ਪੈਦਾ ਹੋ ਜਾਵੇ, ਉਹਦੇ ਵਿੱਚ ਹਰਜ ਕੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਕਮਾਲ ਦਾ ਜਵਾਬ ਦਿੱਤਾ। ਕਹਿਣ ਲੱਗੇ ਨਿਜ਼ਾਮੂਦੀਨ, ਦਰਅਸਲ ਅਸੀਂ ਖੁਦਾ ਦਾ ਤਸੱਵਰ ਹੋ ਕੇ ਜਿਉਣਾ ਹੈ। ਉਹਨਾਂ ਨੇ ਕਿਹਾ ਅਸੀਂ ਖੁਦਾ ਦਾ ਤਸੱਵਰ ਹੋ ਕੇ ਜਿਉਣ ਦਾ ਮਤਲਬ ਹੈ, ਇਹਨੂੰ ਸਰਲ ਭਾਸ਼ਾ 'ਚ ਕਹੀਏ ਕਿ ਅਸੀਂ ਮਾਲਕ ਦੇ ਸਾਜੇ ਹੋਏ ਹਾਂ, ਅਤੇ ਅਸੀਂ ਮਾਲਕ ਦਾ ਰੂਪ, ਉਹਦਾ ਹੁਕਮ, ਉਹਦੇ ਵਰਗੇ ਹੋ ਕੇ ਜਿਉਣਾ ਹੈ। ਅਤੇ ਜਿਹੜਾ ਮਾਇਆ ਦੇ ਰੂਪ ਵਿੱਚ ਭਰਮਣਾ ਹੈ ਇਹ ਮਾਲਕ ਦੇ ਰੂਪ ਤੋਂ ਦੂਰੀ ਬਣਾਉਂਦਾ ਹੈ। ਹੁਣ ਕੁਦਰਤੀ ਹੈ, ਸੰਤ ਦੇ ਜੀਵਨ 'ਚ ਪਵਿੱਤਰਤਾ ਹੈ ਅਤੇ ਉਹ ਵੇਸਵਾ ਦਾ ਜੀਵਨ ਵੀ ਤਬਦੀਲ ਕਰ ਸਕਦਾ, ਉਹਦੇ 'ਚ ਸਮਰੱਥਾ ਹੈ। ਜਿਸ ਹੁਣ ਕੁਦਰਤੀ ਆਮ ਪੁਰਖਾਂ ਦਾ ਜੀਵਨ ਵੇਸਵਾ ਨੂੰ ਕਿਉਂ ਨਹੀਂ ਤਬਦੀਲ ਕਰਦਾ, ਸਗੋਂ ਉਹ ਭਰਮ ਜਾਂਦੇ ਨੇ, ਕਿਉਂਕਿ ਆਪਣੇ ਜੀਵਨ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅਸ਼ੁੱਧਤਾ ਹੈ। ਇਸ ਕਰਕੇ ਅਸੀਂ ਮਾਲਕ ਦਾ ਰੂਪ ਹੋ ਕੇ ਜਿਉਣਾ ਹੈ, ਅਤੇ ਮਾਲਕ ਦਾ ਰੂਪ ਕੀ ਹੈ? ਨਿਰੰਜਨ, ਉਹਨੂੰ ਮੈਲ ਨਹੀਂ ਲੱਗਦੀ। ਇਸ ਕਰਕੇ ਜੇ ਉਹੋ ਜਿਹਾ ਜੀਵਨ ਜਿਉਣਾ ਫਿਰ ਇਸ ਸਾਰੇ ਕੁਝ ਦੀ ਖਾਹਿਸ਼ ਛੱਡਣੀ ਹੀ ਪਏਗੀ ਜੇ ਉਹੋ ਜਿਹੇ ਹੋਣਾ ਹੈ। ਹੁਣ ਕਿਵੇਂ ਆਖਦੇ ਆ ਨਾ ਕਿ ਬਾਣੀ ਦੇ ਵਿੱਚ ਕਿ ਮਾਲਕ ਨਿਰੰਜਨ ਸਰੂਪ ਹੈ,
ਸਾਰਿਆਂ ਨੂੰ ਕਾਲਖ ਤੋਂ ਰਹਿਤ ਕਰਨ ਵਾਲਾ ਹੈ। ਤੇ ਕਹਿਣ ਲੱਗੇ ਸਾਡਾ ਨਕਸ਼ ਮਾਲਕ ਨੇ ਸਾਜਿਆ ਸੀ, ਓਨੇ ਪਵਿੱਤਰ, ਓਨੇ ਸ਼ੁੱਧ, ਓਨੇ ਨਿਰਮਲ ਰਹਿਣਾ ਹੈ ਕਿ ਜਿਹੜਾ ਬੰਦਾ ਧਰਤੀ 'ਤੇ ਪਰਮੇਸ਼ਰ ਦੇ ਰੂਪ ਦੀ ਤਲਾਸ਼ ਕਰ ਰਿਹਾ ਹੈ, ਉਹ ਸੰਤ ਦੇ ਫਕੀਰ ਦੇ ਰੂਪ ਨੂੰ ਦੇਖ ਕੇ ਉਹਨੂੰ ਪਤਾ ਲੱਗ ਸਕੇ ਕਿ ਧਰਤੀ 'ਤੇ ਪਰਮੇਸ਼ਰ ਸਰਗੁਣ ਰੂਪ ਦੇ ਵਿੱਚ ਵੀ ਚੱਲਦਾ। ਇਸ ਕਰਕੇ ਸਾਨੂੰ ਦੁਨੀਆ ਦੀ ਕੋਈ ਖਾਹਿਸ਼, ਜਰਾ ਜਿੰਨੀ ਖਾਹਿਸ਼ ਵੀ ਨਹੀਂ ਰੱਖਣੀ ਪਏ। ਨਿਜ਼ਾਮੁਦੀਨ ਦਾ ਉੱਤਰ ਸੁਣ ਕੇ ਉਹ ਬੜੇ ਨਿਹਾਲ ਹੋਏ। ਤਾਂ ਕਰਕੇ ਸੰਤ ਆਪਣੇ ਜੀਵਨ ਸੰਪੂਰਨ ਤਿਆਗ ਕਰਦਾ ਹੈ, ਪਦਾਰਥ ਦਾ ਵੀ ਤਿਆਗ, ਰੂਪ ਦਾ ਵੀ ਤਿਆਗ, ਖਾਣ ਪੀਣ ਦਾ ਵੀ ਤਿਆਗ, ਪਹਿਨਣ ਦਾ ਵੀ ਤਿਆਗ, ਇੱਥੋਂ ਤੱਕ ਕਿ ਵਿਚਰਨ ਦਾ ਵੀ ਤਿਆਗ। ਉਹ ਸਾਰੇ ਤਿਆਗਾਂ ਨੂੰ ਤਾਂ ਧਾਰਨ ਕਰਦਾ ਕਿਉਂਕਿ ਉਹਨੇ ਖੁਦਾ ਦਾ ਰੂਪ ਹੋ ਕੇ ਜਿਉਣਾ ਹੁੰਦਾ ਹੈ। ਅਤੇ ਖੁਦਾ ਦੇ ਰੂਪ ਜਿਉਣ ਦੇ ਲਈ ਹੁਣ ਕੁਦਰਤੀ ਹੈ। ਬਾਣੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵਾਕ ਆਉਂਦੇ ਹਨ, ਬਿਰਖ ਕੀ ਛਾਇਆ ਸਿਓ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਕੁਦਰਤੀ ਹੈ, ਰੁੱਖ ਦੀ ਛਾਂ ਜਿਹੜੀ ਉਹ ਫਿਰਨ ਵਾਲੀ ਹੈ। ਸਵੇਰੇ ਕਿਤੇ ਹੋਰ ਹੈ, ਸ਼ਾਮ ਨੂੰ ਕਿਤੇ ਹੋਰ ਹੋਏਗੀ, ਦੁਪਹਿਰੇ ਕਿਤੇ ਹੋਰ ਹੋਏਗੀ। ਹੁਣ ਜਿਹੜਾ ਮਨੁੱਖ ਤਾਂ ਛਾਂ ਦੇ ਨਾਲ ਪਿਆਰ ਪਾ ਬੈਠੇਗਾ ਅਤੇ ਸਵੇਰ ਵੇਲੇ ਬੈਠੇਗਾ, ਉਹ ਛਾਂ ਖਿਸਕ ਕੇ ਚਲੀ ਜਾਣੀ ਹੈ, ਦੁਪਹਿਰ ਵੇਲੇ ਕਿਤੇ ਹੋਰ, ਸੰਧਿਆ ਵੇਲੇ ਕਿਤੇ ਹੋਰ। ਪਰ ਜੇ ਰੁੱਖ ਦੇ ਮੂਲ ਨਾਲ ਜੁੜਿਆ ਰਹੇਗਾ ਤਾਂ ਰੁੱਖ ਕਦੇ ਫਿਰਨ ਵਾਲਾ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਨਿਜ਼ਾਮੁਦੀਨ ਜਿਨ੍ਹਾਂ ਨੇ ਖੁਦਾ ਨੂੰ ਕੇਂਦਰ ਬਣਾ ਲਿਆ ਹੈ, ਉਸ ਕੇਂਦਰ ਦੇ ਦੁਆਲੇ ਕੀ ਚੱਲ ਰਿਹਾ, ਮਾਇਆ ਦਾ ਕਿੱਡਾ ਵੱਡਾ ਵਿਡਾਣ ਚੱਲ ਰਿਹਾ ਹੈ, ਉਹ ਇਸ ਗੱਲ 'ਤੇ ਭਰਮਦੇ ਨਹੀਂ ਹਨ। ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਧਰੀਆਂ ਖੰਡ ਲਿਵਾੜ ਜੀਵਨ ਦੇ ਵਿੱਚ ਦੁਖਤ ਕਰਦੀਆਂ ਹਨ। ਇਸ ਕਰਕੇ ਅਧਿਆਤਮਿਕ ਸਾਧਨਾ ਦੇ ਵਿੱਚ ਚੱਲਦਿਆਂ ਰਸਾਂ ਤੋਂ ਮੁਕਤ ਹੋਣ ਦਾ ਵੀ ਯਤਨ ਕਰਨਾ ਚਾਹੀਦਾ ਹੈ। ਅਤੇ ਮੁਕਤ ਹੋਣ ਦਾ ਇੱਕੋ ਢੰਗ ਹੈ ਕਿ ਕਿਸੇ ਵੱਡੇ ਰਸ ਦਾ ਵਿਕਲਪ ਲੱਭ ਲਓ। ਹੁਣ ਕੁਦਰਤੀ ਵੱਡੇ ਰਸ ਦਾ ਵਿਕਲਪ ਲੱਭਣ ਦੇ ਲਈ ਕੀਰਤਨ ਹੈ ਸਾਡੇ ਕੋਲੋਂ ਗਿਆਨ ਦਾ ਆਧਾਰ ਹੈ ਸ਼ਬਦ ਵਿਚਾਰ ਦੇ ਰੂਪ ਵਿੱਚ। ਜੇ ਇਹ ਸਾਡੇ ਆਤਮ ਦੇ ਨਾਲ ਜੁੜ ਜਾਣ ਤਾਂ ਜੀਵਨ ਦੇ ਵਿੱਚ ਬੰਦੇ ਦੀਆਂ ਵਾਸਨਾਵਾਂ ਦੇ ਪੱਧਰਾਂ ਨੂੰ ਹੌਲੀ ਹੌਲੀ ਬਿਲਕੁਲ ਵਿਰਾਮ ਲੱਗ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਕਰਕੇ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਜਿਵੇਂ ਭਰਤਰੀ ਹਰੀ ਨੇ ਕਿਹਾ ਨਾ ਆਪਣੇ ਵੈਰਾਗ ਸ਼ਤਕ ਦੇ ਵਿੱਚ, ਕਹਿਣ ਲੱਗਾ ਮੇਰੇ ਜੀਵਨ ਦਾ ਭਰਮ ਸੀ ਕਿ ਬੜੇ ਭੋਗਾਂ ਨੂੰ ਭੋਗ ਕੇ ਮੈਂ ਸ਼ਾਇਦ ਮਨ ਦਾ ਸਕੂਨ ਹਾਸਲ ਕਰ ਲਵਾਂਗਾ। ਕਹਿੰਦਾ ਭੋਗਾਂ ਨੂੰ ਭੋਗ ਕੇ ਵਾਸਨਾ ਤ੍ਰਿਸ਼ਨਾ ਅਜੇ ਵੀ ਜਵਾਨ ਹੈ, ਜਿਸ ਸਰੀਰ ਨਾਲ ਭੋਗੀ ਉਹ ਬਿਲਕੁਲ ਜਰਜਰਾ ਹੋ ਗਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰਾਧੀ ਗਏ ਉਜਾੜ, ਔਰ ਇਹਦੇ ਵਿੱਚ ਰਮਜ ਹੈ। ਜਿਹਦੇ ਅੰਦਰ ਇਹ ਵਿਸ ਗੰਦਲਾਂ ਦਾ ਖਿਆਲ ਚੱਲਦਾ ਰਹਿੰਦਾ ਹੈ, ਉਹਦੇ ਜੀਵਨ ਦੇ ਸ਼ੁਭ ਗੁਣ ਮੁੱਕ ਜਾਂਦੇ ਨੇ, ਦਿਨ ਬਾਅਦ ਦਿਨ ਮੁੱਕ ਜਾਂਦੇ ਨੇ। ਵਕਾਰੀ ਬੰਦੇ ਦੇ ਜੀਵਨ ਦੇ ਵਿੱਚ ਸ਼ੁਭ ਗੁਣਾ ਹੁਣ ਕੁਦਰਤੀ ਹੈ। ਅੱਜ ਕੱਲ੍ਹ ਮਨੁੱਖਾਂ ਦੀ ਸ਼ਖਸੀਅਤ ਬਹੁ ਗੁਣੀ ਕਿਉਂ ਨਹੀਂ ਲੱਭਦੀ? ਕਈ ਵਾਰੀ ਦੇਖਣ 'ਚ ਆਉਂਦਾ ਹੈ ਭਗਤੀ ਦਾ ਗੁਣ ਨਹੀਂ ਹੈ, ਵਿੱਦਿਆ ਦਾ ਗੁਣ ਨਹੀਂ ਹੈ, ਸੇਵਾ ਦਾ ਨਹੀਂ ਹੈ, ਪਰਉਪਕਾਰ ਦਾ ਨਹੀਂ ਹੈ, ਜੀਵਨ ਦੇ ਵਿੱਚ ਗਹਿਰੀ ਨਿਮਰਤਾ ਨਹੀਂ ਹੈ, ਇੱਕ ਠੋਸ ਦਇਆ ਦਾ ਰੂਪ ਨਹੀਂ ਹੈ, ਸਹਿਣਸ਼ੀਲਤਾ ਦਾ ਕੋਈ ਪੱਧਰ ਨਹੀਂ ਹੈ, ਇੰਦਰੀਆਂ ਦੇ ਸੰਜਮ ਦਾ ਕੋਈ ਜੀਵਨ 'ਚ ਜ਼ਬਤ ਨਹੀਂ ਹੈ। ਇਹ ਗੁਣ ਕਿਉਂ ਨਹੀਂ ਆ ਰਹੇ? ਕਿਉਂਕਿ ਮਨੁੱਖ ਦਾ ਚਿੱਤ ਜਿਹੜਾ ਹੈ ਉਹ ਵਿਕਾਰਾਂ ਹੱਥੋਂ ਠੱਗਿਆ ਹੋਇਆ ਹੈ। ਹੁਣ ਕੁਦਰਤੀ ਹੈ, ਦਇਆ ਦਾ ਇੱਕ ਰੂਪ ਇਹ ਵੀ ਹੈ, ਕਿਉਂਕਿ ਬੜਾ ਵੱਡਾ ਸਿਲਸਿਲਾ ਹੈ ਕਿ ਜਿਸ ਰੂਪ ਨੂੰ ਦੇਖ ਕੇ ਵਾਸਨਾ ਦੀ ਪੂਰਤੀ ਕਰ ਰਿਹਾ ਹੈ, ਇਹ ਰੂਪ ਹੋ ਸਕਦਾ ਕਿਸੇ ਗ੍ਰਸਤ ਦੀ ਮਰਜ਼ਾਦਾ ਵਿੱਚ ਚੱਲ ਰਿਹਾ ਹੈ ਅਤੇ ਤੂੰ ਗ੍ਰਸਤ ਦੀ ਮਰਜ਼ਾਦਾ 'ਤੇ ਦੇਖਣ ਦੁਆਰਾ ਮਹਿਲ ਸੁੱਟ ਰਿਹਾ। ਇਹ ਵੀ ਇੱਕ ਰੂਪ ਬਣਦਾ। ਇਸ ਕਰਕੇ ਜੋ ਰੂਪ ਹੈ ਉਹਦੇ ਪ੍ਰਤੀ ਦਇਆਵਾਨ ਰਹਿ, ਉਹ ਦ੍ਰਿਸ਼ਟੀ ਨਾ ਪੈਦਾ ਕਰ। ਅਤੇ ਇਸ ਕਰਕੇ ਉਹ ਜਿਹੜੀ ਦ੍ਰਿਸ਼ਟੀ ਹੈ ਹੁਣ ਕੁਦਰਤੀ ਹੈ। ਕਿਸੇ ਦੇ ਜੀਵਨ ਦੀ ਜਿਹੜੀ ਅਧੂਰੇਪਣ ਨੂੰ ਦੇਖ ਕੇ ਕ੍ਰੋਧਿਤ ਹੋ ਜਾਣਾ ਜਾਂ ਅਹੰਕਾਰਿਤ ਹੋ ਜਾਣਾ, ਉਹ ਵੀ ਜੀਵਨ ਦੇ ਵਿੱਚ ਸ਼ੁਭ ਗੁਣਾਂ ਨੂੰ ਉਜਾੜ ਦਿੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਰਾਧੀ ਗਏ ਉਜਾੜ, ਅਤੇ ਜਿਹੜੇ ਵਿਕਾਰਾਂ ਦਾ ਬਣਿਆ ਸਿਲਸਿਲਾ ਹੈ ਦਿਨ ਬਾ ਦਿਨ ਬੰਦੇ ਨੂੰ ਉਜਾੜਦਾ ਹੈ। ਅਤੇ ਸਤ ਸੰਗਤ ਜਿਹੜੇ ਬੰਦੇ ਨਹੀਂ ਆ ਸਕਦੇ, ਉਹਨਾਂ ਦਾ ਇੱਕੋ ਹੀ ਹੁੰਦਾ ਹੈ। ਮੈਂ ਬੜਾ ਸਮਾਂ ਇਸ ਤਰ੍ਹਾਂ ਦਾ ਇੱਕ ਐਨਾਲਿਸਿਸ ਜਿਹਾ ਕਰਦਾ ਰਿਹਾ ਕਿ ਸਤ ਸੰਗਤ ਵਿੱਚ ਆਉਣ ਵਾਲੇ ਅਤੇ ਨਾ ਆਉਣ ਵਾਲੇ ਬੰਦਿਆਂ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ। ਤਾਂ ਕੁਦਰਤੀ ਹੈ ਉਹਨਾਂ ਦਾ ਚਿੱਤ ਇੰਨਾ ਜ਼ਿਆਦਾ ਮਲੀਨ ਹੈ ਕਿ ਉਹਨਾਂ ਨੂੰ ਇੱਥੇ ਬੈਠਣ 'ਚ ਬੜੀ ਭਾਰੀ ਮੁਸ਼ਕਿਲ ਆ ਸਕਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਰਾਧੀ ਗਏ ਉਜਾੜ, ਇਹਨਾਂ ਦੀ ਪੂਰਤੀ ਕਰਨ ਵਾਲੇ ਉਜੜੇ ਹਨ, ਪਰ ਵਿਕਾਰਾਂ ਦੇ ਅੱਡੇ ਉੱਥੇ ਰਹੇ ਹਨ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ,
ਹੁਣ ਬਾਬਾ ਫਰੀਦ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਇੰਨਾ ਨਿਰਮੋਲਕ ਜੀਵਨ ਹੈ ਤੇ ਬੀਤਿਆ ਕਿਵੇਂ, ਚਾਰ ਗਵਾਇਆ ਹੰਡ ਕੈ। ਚਾਰ ਦਾ ਭਾਵ ਜਿਵੇਂ ਦਿਨ ਦੇ 8 ਪਹਿਰ ਮੰਨੇ ਜਾਂਦੇ ਨੇ, 4 ਪਹਿਰਾਂ ਦਾ ਦਿਨ ਹੁੰਦਾ ਤੇ 4 ਕੁਪਹਿਰ ਦੀ ਰਾਤ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਦਿਨ ਦੇ ਪਹਿਰ ਸਨ ਇਹ ਤਾਂ ਤੁਰ ਫਿਰ ਕੇ, ਘੁੰਮ ਫਿਰ ਕੇ, ਮਾਇਆ ਦੀ ਭਟਕਣ ਦੇ ਵਿੱਚ ਬਤੀਤ ਕਰ ਲਏ। ਜਿਹੜੇ ਰਾਤ ਦੇ 4 ਪਹਿਰ ਸਨ ਉਹ ਸੌਂ ਕੇ ਬਤੀਤ ਕਰ ਲਏ। ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ, ਕੀ ਇਸ ਤੋਂ ਇਲਾਵਾ ਜੀਵਨ ਦਾ ਕੋਈ ਹੋਰ ਪ੍ਰਯੋਗ ਨਹੀਂ ਹੈ ਕਿ ਦਿਨ ਸਾਰਾ ਭਟਕਣ ਦੇ ਵਿੱਚ ਬਤੀਤ ਕਰ ਦਿੱਤਾ ਤੇ ਰਾਤ ਸੌਂ ਕੇ ਬਤੀਤ ਕਰ ਦਿੱਤੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲੇਖਾ ਰੱਬ ਮੰਗੇਸੀਆ, ਤੇ ਰੱਬ ਇਸ ਗੱਲ ਦਾ ਲੇਖਾ ਨਿਸ਼ਚਿਤ ਕਰੇਗਾ ਕਿ ਤੂੰ ਆਹੋਂ ਕਿਹੜੇ ਕੰਮ, ਕਿ ਆਇਆ ਕਿਹੜੇ ਕੰਮ ਸਾਂ, ਤਾਂ ਜੀਵਨ 'ਚ ਕੰਮ ਕਿਹੜਾ ਕੀਤਾ। ਹੁਣ ਕੁਦਰਤੀ ਹੈ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਵੱਡੇ ਜਿਹੜੇ ਮਨੋਵਿਗਿਆਨਕ ਨੇ ਇਸ ਸਦੀ ਦੇ, ਉਹਨਾਂ ਨੇ ਇੱਕ ਚਿੰਤਾ ਜ਼ਾਹਰ ਕੀਤੀ ਹੈ ਕਿ 2070 ਤੱਕ ਜਾਂਦਿਆਂ ਜਾਂਦਿਆਂ ਮਨੁੱਖ ਆਪਣਾ ਭੋਜਨ ਕਰਨ ਨੂੰ ਵੀ ਬੋਝ ਸਮਝੇਗਾ। ਮਨੁੱਖ ਜਿੰਨਾ ਸੁਸਤ ਪੁਣੇ ਤੱਕ ਹੋ ਰਿਹਾ ਦਿਨ ਬ ਦਿਨ, ਅਤੇ ਟੈਕਨੋਲੋਜੀ ਦੀ ਜਿੰਨੀ ਭਰਮਾਰ ਹੋ ਰਹੀ ਹੈ, 2070 ਤੱਕ ਜਾਂਦਿਆਂ ਜਾਂਦਿਆਂ ਮਨੁੱਖ ਇੱਕ ਬੁਰਕੀ ਤੋੜਨ ਨੂੰ ਵੀ ਜ਼ਿੰਦਗੀ ਦਾ ਵੱਡਾ ਬੋਝ ਸਮਝੇਗਾ। ਅਤੇ ਜਿਹੜੀ ਇਹ ਹਾਲਤ ਹੈ ਇਹ ਕਿੱਥੋਂ ਤੱਕ ਜਾਏਗੀ। ਇੱਕ ਪਸ਼ੂ ਹੈ ਨਾ, ਕੁਦਰਤੀ ਹੈ, ਕੁਝ ਪਸ਼ੂ ਤਾਂ ਅਸੀਂ ਪਾਲਤੂ ਰੱਖਦੇ ਹਾਂ, ਜਿਹੜੇ ਗੁੱਜਰ ਲੋਕ ਆਦਿਕ ਨੇ ਉਹ ਪਾਲਤੂ ਰੱਖਦੇ ਨੇ, ਪਰ ਬਹੁਤੀ ਵਾਰੀ ਚਰਾਂਦ ਰੱਖਦੇ ਨੇ। ਚਰਾਂਦ ਦਾ ਮਤਲਬ ਸਾਰਾ ਦਿਨ ਜਾਨਵਰਾਂ ਨੂੰ ਲੈ ਕੇ ਤੁਰੇ ਰਹਿਣਾ। ਜਾਂ ਪਹਿਲੇ ਸਮਿਆਂ ਦੇ ਵਿੱਚ ਵੀ ਲੋਕ ਪਸ਼ੂ ਪਾਲਦੇ ਸਨ ਤਾਂ ਉਹ ਚਰਨ ਬਾਹਰ ਭੇਜ ਦਿੰਦੇ ਸਨ, ਆਪਣੇ ਚਾਰੇ ਦਾ ਪ੍ਰਬੰਧ ਪਸ਼ੂ ਆਪੇ ਕਰ ਲੈਂਦਾ ਸੀ, ਕੋਈ ਵਿਸ਼ੇਸ਼ ਉਦਮ ਨਹੀਂ ਸੀ ਕਰਨਾ ਪੈਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਇੰਨਾ ਨਿਰਮੋਲਕ ਜੀਵਨ ਹੈ, ਉਹ ਚਾਰ ਗਵਾਇਆ ਹੰਡ ਕੇ ਕੇਵਲ ਹੰਡਾਉਣ ਖਾਤਰ, ਦਿਨ ਹੰਡਾਉਣ ਖਾਤਰ ਕਦੇ ਪਹਿਨਣ ਦਾ ਰਸ ਮਾਣ ਲਿਆ, ਕਦੇ ਖਾਣ ਦਾ, ਕਦੇ ਵਿਕਾਰਾਂ ਦਾ, ਕਦੇ ਤੁਰਨ ਫਿਰਨ ਦਾ, ਕਦੇ ਗੱਪਾਂ ਮਾਰਨ ਦਾ, ਅਤੇ ਰਾਤ ਮੁੜ ਕੇ ਕਿਹਾ ਨਹੀਂ ਜੀ ਇਹ ਤਾਂ ਸੌਣ ਦੇ ਲਈ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਜੀਵਨ ਇੰਝ ਬਤੀਤ ਗਿਆ ਤਾਂ ਲੇਖਾ ਰੱਬ ਮੰਗੇਸੀਆ। ਅਤੇ ਫਿਰ ਮਾਲਕ ਨੇ ਜਿਹੜਾ ਇੰਨਾ ਤਾਣ ਲਗਾ ਕੇ ਇੱਕ ਮਨੁੱਖ ਪੈਦਾ ਕੀਤਾ ਹੈ, ਜਿਨਨੇ ਸਾਰਾ ਆਪਣੀ ਜੋਤ ਸਰੂਪ ਦਿੱਤਾ, ਪ੍ਰਾਣ ਦਿੱਤੇ, ਰਿਜ਼ਕ ਦਿੱਤਾ, ਚੇਤਨਾ ਦਿੱਤੀ, ਫਿਰ ਉਹ ਇਸ ਚੇਤਨਾ ਦਾ ਹਿਸਾਬ ਵੀ ਲਏਗਾ ਅਤੇ ਉਹ ਪ੍ਰਕਿਰਤੀ ਦੇ ਨੇਮ ਵਿੱਚ ਪਿਆ ਹੋਇਆ। ਹੁਣ ਕੁਦਰਤੀ ਵਾਚੀਏ ਫਰੀਦਾ ਚਾਰ ਗਵਾਇਆ ਹੰਡ ਕੈ। ਅਸੀਂ ਅਧਿਆਤਮਕ ਜਗਤ ਦੇ ਵਿੱਚ ਚੱਲਣ ਵਾਲੇ ਲੋਕ ਆਪਣੇ ਆਪ ਨੂੰ ਮੰਨਦੇ ਹਾਂ, ਜਾਂ ਸਾਨੂੰ ਲੋਕ ਕਹਿੰਦੇ ਨੇ ਸਾਡੇ ਜੀਵਨ ਦਾ 24 ਘੰਟੇ ਦਾ ਸਮਾਂ ਹੈ। 24 ਘੰਟੇ ਦੇ ਸਮੇਂ ਦੇ ਵਿੱਚ ਮੈਨੂੰ ਕਈ ਦਫਾ ਹੈਰਾਨਗੀ ਹੁੰਦੀ ਹੈ, ਹਰੇਕ ਬੰਦੇ ਕੋਲੋਂ ਮੈਡੀਕਲ ਹਵਾਲਾ ਹੈ ਜੀ 8 ਘੰਟੇ ਦੀ ਨੀਂਦ ਚਾਹੀਦੀ ਹੈ। ਪਰ ਕੁਦਰਤੀ ਹੈ ਕਿ ਇਹ ਸਟੇਟਸ ਜਿਹੜਾ, ਇਹ ਸਥਿਤੀ ਹੈ ਕਿ ਸਾਰੀ ਉਮਰ ਇੱਕੋ ਜਿਹੀ ਰਹੇਗੀ। ਹੁਣ ਕੁਦਰਤੀ ਦੇਖੋ, ਬੱਚੇ ਦੀ ਨੀਂਦ ਉਹਨੂੰ ਸੁਲਾਇਆ ਨਹੀਂ ਜਾਂਦਾ, ਉਹ 16-17 ਘੰਟੇ 12 ਘੰਟੇ ਖੁਦ ਬ ਖੁਦ ਸੌਂਦਾ ਹੈ। ਨੌਜਵਾਨ ਦੀ ਥੋੜ੍ਹੀ ਘੱਟ ਜਾਂਦੀ ਹੈ, ਉਹ ਸੁਸਤ ਕਰਕੇ ਸੁੱਤਾ ਰਹਿੰਦਾ ਹੈ। ਅਤੇ ਬੁਢਾਪੇ 'ਚ ਤਾਂ ਅਕਸਰ ਬਜ਼ੁਰਗ ਜ਼ਿਕਰ ਕਰਦੇ ਨੇ ਕਿ ਅੱਧੀ ਰਾਤ ਨੂੰ ਨੀਂਦ ਜਾਗ ਖੁੱਲ੍ਹ ਜਾਂਦੀ ਹੈ। ਸਰੀਰ ਦੀ ਪ੍ਰਕਿਰਤੀ ਜਦੋਂ ਸਾਨੂੰ ਕਿਸੇ ਘੰਟਿਆਂ ਤੱਕ ਨਿਸ਼ਚਿਤ ਨਹੀਂ ਰੱਖ ਰਹੀ, ਅਤੇ ਮੈਡੀਕਲ ਸਥਿਤੀ ਦਾ ਫਿਰ ਇਹ ਖਿਆਲ ਕਿਵੇਂ ਮੰਨ ਲਈਏ ਕਿ 7-8 ਘੰਟੇ ਦੀ ਨੀਂਦ ਜ਼ਰੂਰੀ ਹੈ। ਜਦੋਂ ਸਰੀਰ ਦੀ ਪ੍ਰਕਿਰਤੀ ਅਵਸਥਾ ਦੇ ਹਿਸਾਬ ਨਾਲ ਬਦਲ ਰਹੀ ਹੈ, ਦੇਖੋ ਬਜ਼ੁਰਗਾਂ ਦਾ ਦੇਖਿਆ ਹੋਣਾ ਸਾਰੀ ਰਾਤ ਖੰਗੂਰੇ ਮਾਰਦੇ ਰਹਿੰਦੇ ਨੇ, ਨੀਂਦ ਪੈਂਦੀ ਨਹੀਂ। ਹੁਣ ਕੁਦਰਤੀ ਫਿਰ ਉਹਦੇ ਲਈ ਇਹਦਾ ਹਵਾਲਾ ਕੀ ਵਰਤਿਆ ਜਾਵੇ। ਫਿਰ ਬੱਚੇ ਨੂੰ 8 ਘੰਟੇ ਤੱਕ ਕਿਵੇਂ ਮਹਿਦੂਦ ਕੀਤਾ ਜਾਵੇ, ਉਹ ਤਾਂ ਸਾਰਾ ਦਿਨ ਸੁੱਤਾ ਰਹਿੰਦਾ ਹੈ, ਜਾਂ ਉਹਨੂੰ ਸੌਣਾ ਬਹੁਤ ਚੰਗਾ ਲੱਗਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਚਾਰ ਗਵਾਇਆ ਹੰਡ ਕੈ, ਜਿਨ੍ਹਾਂ ਕੋਲੋਂ ਦਿਨ ਦਾ ਪ੍ਰਯੋਗ ਸਹੀ ਨਹੀਂ ਸੀ, ਉਹਨਾਂ ਨੇ ਇਹਨਾਂ ਨੂੰ ਜੀਵਨ ਦੇ ਬਾਹਰੀ ਹੰਡਾਉਣ ਲਈ ਵਰਤਿਆ ਹੈ, ਅਤੇ ਜੀਵਨ ਦਾ ਕੋਈ ਵੱਡਾ ਅਰਥ ਪ੍ਰਯੋਜਨ ਨਹੀਂ ਪੈਦਾ ਕੀਤਾ। ਹੁਣ ਚਾਰ ਗਵਾਇਆ ਹੰਡ ਦੇ ਵਿੱਚ ਇੱਕ ਸਮੱਸਿਆ ਇਹ ਹੈ ਕਿ ਮਨੁੱਖ ਸਦਾ ਹੀ ਜੀਵਨ ਨੂੰ ਬਾਹਰੀ ਤਲ ਤੋਂ ਹੀ ਤ੍ਰਿਪਤ ਕਰਨ ਨੂੰ ਪੂਰਾ ਖਿਆਲ ਦਿੰਦਾ ਹੈ। ਉਹ ਇਹ ਕਦੇ ਨਹੀਂ ਜਾਣਦਾ ਕਿ ਜੀਵਨ ਦੇ ਵਿੱਚ ਜਿਹੜਾ ਹੰਡਣ ਦਾ, ਹੰਡਾਉਣ ਦਾ ਮੇਰਾ ਖਿਆਲ ਬਣ ਗਿਆ, ਇਹ ਆਇਆ ਕਿੱਥੋਂ ਹੈ। ਜਿਵੇਂ ਸਾਰਾ ਦਿਨ ਪਦਾਰਥਾਂ ਦੇ ਰਸ ਮਾਣੀ ਜਾਣੇ, ਕਦੇ ਅੰਤਰੀਵ ਦੇ ਵਿੱਚ ਜਾਣਨਾ ਨਹੀਂ ਕਿ ਧੁਰ ਅੰਦਰ ਕਿਤੇ ਗਹਿਰੇ ਰਸ ਪਏ ਹੋਏ ਹਨ ਜਿਹੜੇ ਬਾਰ-ਬਾਰ ਮੰਗ ਕਰਦੇ ਹਨ। ਜੀਵਨ ਦੇ ਵਿੱਚ ਸਾਰਾ ਦਿਨ ਮਾਇਆ ਦੀ ਭਟਕਣ ਵਿੱਚ ਰਹਿਣਾ, ਕਦੇ ਖਿਆਲ ਹੀ ਨਹੀਂ ਕਰਨਾ ਕਿ ਮਾਇਆ ਦੀ ਹੰਡਣ ਨੇ ਅੰਦਰੋਂ ਠੱਗਿਆ ਹੋਇਆ ਅਤੇ ਸਾਰਾ ਦਿਨ ਵਿਕਾਰਾਂ ਵਿੱਚ ਭ੍ਰਮਤ ਰਹਿੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚਾਰ ਗਵਾਇਆ। ਸਮ ਸੂਫੀਆਂ ਦੇ ਵਿੱਚ ਇੱਕ ਬੜੀ ਚੰਗੀ ਗੱਲ ਮਿਲਦੀ ਹੈ। ਕਹਿਣ ਲੱਗੇ ਕਿ 2 ਸੂਫੀ ਕਿਤੇ ਜਾ ਰਹੇ ਸਨ, ਤਾਂ ਰਸਤੇ ਵਿੱਚ ਇੱਕ ਗਧਾ ਮਿਲ ਗਿਆ ਉਹਨਾਂ ਨੂੰ।
ਇੱਕ ਸੂਫੀ ਦੂਜੇ ਨੂੰ ਕਹਿਣ ਲੱਗਾ, ਆਪਾਂ ਇਹਦੇ ਤੋਂ ਅੱਗੇ ਲੰਘਣਾ ਹੈ, ਜ਼ਿੰਦਗੀ 'ਚ ਇਹਦੇ ਤੋਂ ਅੱਗੇ ਲੰਘਣਾ ਹੈ। ਕਹਿਣ ਲੱਗਾ ਕਿ ਉਹ 2 ਕਦਮ ਗਾਂਹ ਪੁੱਟੇ, ਗਧੇ ਤੋਂ ਅੱਗੇ ਲੰਘ ਗਏ। ਕਹਿਣ ਲੱਗਾ, ਨਹੀਂ ਨਹੀਂ, ਜਿਹੜੀ ਜੀਵਨ ਦੇ ਤਲ 'ਤੇ ਇਹ ਜਿਉਂ ਰਿਹਾ, ਇਹਦੇ ਤੋਂ ਉੱਪਰ ਜਾਣਾ, ਅੱਗੇ ਜਾਣਾ ਹੈ। ਕਹਿੰਦਾ, ਉਹ ਤਾਂ ਕੁਦਰਤੀ ਅੱਗੇ ਆ, ਇਹ 4 ਪਾਇਆਂ ਵਾਲਾ ਜਾਨਵਰ ਹੈ, ਇਹਦੇ ਕੋਲ ਜ਼ੁਬਾਨ ਨਹੀਂ ਹੈ, ਇਹਦੇ ਕੋਲ ਸਮਝ ਨਹੀਂ ਹੈ, ਅਸੀਂ ਤਾਂ ਕੁਦਰਤੀ ਇਹਦੇ ਤੋਂ ਅੱਗੇ ਆ। ਕਹਿੰਦਾ, ਨਹੀਂ, ਅਸੀਂ ਇਹਦੇ ਤੋਂ ਅੱਗੇ ਜਾਣਾ ਹੈ। ਉਹ ਦੂਸਰਾ ਜਿਹੜਾ ਸੀ ਉਹਦਾ ਮੁਰੀਦ ਜਾਂ ਉਹਦਾ ਸ਼ਾਗਿਰਦ ਜਾਂ ਜੋ ਵੀ ਸੀ, ਉਹ ਕਹਿਣ ਲੱਗਾ, ਮੈਂ ਤੁਹਾਡੀ ਗੱਲ ਸਮਝ ਨਹੀਂ ਰਿਹਾ ਕਿ ਗਧੇ ਤੋਂ ਅੱਗੇ ਜਾਣਾ ਕੀ ਹੋ ਸਕਦਾ। ਗਧੇ ਤੋਂ ਤਾਂ ਅਸੀਂ ਵੈਸੇ ਹੀ ਅੱਗੇ ਹਾਂ, ਮਨੁੱਖ ਹਾਂ ਅਸੀਂ, ਸਾਡੇ ਕੋਲ ਭਾਸ਼ਾ ਹੈ, ਸਾਡੇ ਕੋਲ ਅਹਿਸਾਸ ਹੈ, ਸਾਡੇ ਕੋਲ ਚੀਜ਼ਾਂ ਨੂੰ ਵਰਤਣ ਬੁੱਝਣ ਦੀ ਸਾਰਾ ਕੁਝ ਹੈ। ਕਹਿੰਦਾ, ਨਹੀਂ, ਮੈਂ ਤੈਨੂੰ ਇਹ ਨੁਕਤਾ ਕਹਿਣਾ ਚਾਹੁੰਦਾ ਹਾਂ ਕਿ ਗਧਾ ਜਿਹਦੀ ਚੇਤਨਾ ਨਹੀਂ ਹੈ, ਉਹਦੀ ਚੇਤਨਾ ਨਾ ਹੋਣ ਦਾ ਵੀ ਇੱਕ ਲਾਭ ਹੈ ਕਿ ਸਾਰਾ ਦਿਨ ਉਹ ਆਪਣੇ ਮਾਲਕ ਦਾ ਭਾਰ ਢੋਂਦਾ ਹੈ। ਪਹਿਲੀ ਗੱਲ, ਸਾਰਾ ਦਿਨ ਭਾਰ ਢੋਂਦਾ ਹੈ। ਉਸ ਤੋਂ ਇਲਾਵਾ ਜਦੋਂ ਸ਼ਾਮ ਵੇਲੇ ਛੱਡ ਦਿੰਦਾ ਹੈ, ਉਹ ਮਿੱਟੀ ਆਦਿਕ ਦੇ ਵਿੱਚ ਲੇਟਦਾ, ਕੁਝ ਮਾੜਾ ਮੋਟਾ ਚਰ ਕੇ, ਅਤੇ ਆਪਣੀ ਮਸਤੀ ਦੇ ਨਾਲ ਹਿਣਕਦਾ, ਅਤੇ ਉਹਦੀ ਮਸਤੀ ਵੀ ਸੰਗੀਤ ਪੈਦਾ ਕਰਦੀ ਹੈ। ਮਤਲਬ ਗਧਾ ਵੀ 2 ਅਰਥਾਂ ਦੇ ਵਿੱਚ ਧਰਤੀ ਦੇ ਲਈ ਲਾਭਦਾਇਕ ਹੈ। ਇੱਕ ਤਾਂ ਆਪਣੇ ਮਾਲਕ ਦੀ ਰੋਜੀ ਗਧੇ ਕਰਕੇ ਚੱਲਦੀ ਹੈ, ਦੂਜਾ ਜਦੋਂ ਫ੍ਰੀ ਹੁੰਦਾ ਹੈ, ਜਦੋਂ ਇਹਨੂੰ ਛੱਡ ਦਿੱਤਾ ਜਾਂਦਾ ਹੈ, ਅਤੇ ਉਦੋਂ ਇਹ ਹਿਣਕਣ ਨਾਲ ਇੱਕ ਸੰਗੀਤ ਪੈਦਾ ਕਰਦਾ ਹੈ। ਮਤਲਬ ਜੀਵਨ ਦੇ ਵਿੱਚ ਅਸੀਂ ਇੰਨਾ ਕੁਝ ਮਾਣ ਕੇ ਬੰਦਗੀ ਦਾ ਕੁਝ ਹਿੱਸਾ ਵੀ ਆਪਣੇ ਜੀਵਨ ਵਿੱਚ ਸੁਰੱਖਿਅਤ ਨਹੀਂ ਕਰ ਸਕਦੇ। ਦਿਨ ਬ ਦਿਨ ਸਾਡਾ ਸਮਾਂ ਘਟਦਾ ਹੀ ਜਾਂਦਾ ਹੈ ਬੰਦਗੀ ਦਾ। ਦੂਜੇ ਪਾਸੇ ਇਹਦੇ 'ਚ ਚੇਤਨਾ ਨਹੀਂ ਹੈ, ਤਾਂ ਵੀ ਇਹਦੀ ਆਵਾਜ਼ ਸੰਗੀਤਕ ਦੇ ਦਿੰਦੀ ਹੈ। ਸਾਡੇ ਕੋਲੋਂ ਜ਼ੁਬਾਨ ਹੈ, ਤਾਂ ਵੀ ਸਾਡੇ ਕੋਲੋਂ ਪਰਮੇਸ਼ਰ ਦਾ ਗੀਤ ਨਹੀਂ ਗਾਇਆ ਜਾਂਦਾ। ਇਸ ਕਰਕੇ ਅਸੀਂ ਇਹਦੇ ਤੋਂ ਅੱਗੇ ਲੰਘਣਾ ਹੈਗਾ। ਜੇ ਸਾਡੇ ਤੋਂ ਅੱਗੇ ਹੈ, ਅਜੀ ਅਸੀਂ ਇਹਦੇ ਤੋਂ ਅੱਗੇ ਨਹੀਂ, ਕਿਉਂਕਿ ਸਾਡੇ ਜੀਵਨ 'ਚ ਅਸੀਂ ਬੰਦਗੀ ਨੂੰ ਕਿੰਨਾ ਕੁ ਸਮਾਂ ਦਿੱਤਾ ਹੋਇਆ। ਨਾ ਸਾਡਾ ਸਵੇਰ ਦਾ ਸਮਾਂ ਨਿਸ਼ਚਿਤ ਹੈ, ਨਾ ਸੰਧਿਆ ਦਾ ਨਿਸ਼ਚਿਤ ਹੈ। ਬਾਕੀ ਕਦੇ ਬੈਠ ਕੇ 10 ਮਿੰਟ ਗੱਲ ਕਰ ਲੈਣੀ, ਉਹਦਾ ਅਸੀਂ ਖਿਆਲ ਹੀ ਨਹੀਂ ਕਰਦੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, 4 ਗਵਾਇਆ ਹੰਡ ਕੈ। ਇੱਕ ਗਧਾ 4 ਪੈਰ ਦੇ ਵਿੱਚ ਭਰਮਦਾ ਰਹਿੰਦਾ ਅਤੇ ਘੱਟੋ ਘੱਟ ਮਾਲਕ ਦੀ ਰੋਜੀ ਦੀ ਪੂਰਤੀ ਤਾਂ ਕਰ ਰਿਹਾ ਹੈ, ਪਰ ਮਨੁੱਖ ਦਾ ਭਟਕਣਾ ਕਿਸੇ ਵੱਡੇ ਅਰਥ ਦੀ ਪੂਰਤੀ ਨਹੀਂ ਕਰ ਰਿਹਾ। ਤਾਂ ਆਖਦੇ ਨੇ 4 ਗਵਾਇਆ ਸਮ। ਹੁਣ ਗੱਲ ਕੀ ਹੈ, ਜਿਨ੍ਹਾਂ ਨੇ ਹੰਡਣ ਦੀ ਬਾਹਰੀ ਪ੍ਰਤੀਤ ਵਿੱਚ ਪਏ ਨੇ, ਉਹ ਕਦੇ ਜੀਵਨ ਦਾ ਵੱਡਾ ਅਰਥ ਨਹੀਂ ਪਛਾਣਦੇ। ਤਾਂ ਜਿਹੜੇ ਸਮ ਵਿੱਚ, ਹੁਣ ਹੰਡ ਕਹਿ ਦਾ ਮਤਲਬ ਕੀ ਹੈ ਕਿ ਜਿਨ੍ਹਾਂ ਨੇ ਜੀਵਨ ਨੂੰ ਕੇਵਲ ਖਾਣ ਪੀਣ ਦਾ ਮਨੋਰਥ ਬਣਾਇਆ, ਅਤੇ ਸਮ ਦਾ ਭਾਵ ਜਿਨ੍ਹਾਂ ਨੇ ਸਮਝਿਆ ਕਿ ਅਸੀਂ ਅਗਿਆਨ ਵਿੱਚ ਹੀ ਰਹਿਣਾ ਹੈ, ਆਪਾਂ ਕਦੀ ਗਿਆਨ 'ਚ ਨਹੀਂ ਆਉਣਾ, ਕਿ ਜੋ ਸਾਨੂੰ ਜੀਵਨ ਦੀ ਜਿੰਨੀ ਕੁ ਸਮਝ ਆ ਗਈ ਅਗਿਆਨ ਵਾਲੀ, ਅਸੀਂ ਉਹਦੇ ਤਲ 'ਤੇ ਠੀਕ ਹਾਂ। ਸਾਨੂੰ ਪਤਾ ਲੱਗ ਗਿਆ ਕਿ ਵਕਾਰ ਚੰਗੇ ਨੇ, ਅਸੀਂ ਵਕਾਰ ਹੀ ਭੋਗਣੇ ਨੇ, ਅੱਗੇ ਨਹੀਂ ਜਾਣਾ। ਸਮ ਦਾ ਅਰਥ ਸੋਹਣਾ ਹੁੰਦਾ ਹੈ। ਕਹਿੰਦੇ ਅਗਿਆਨ ਦੇ ਵਿੱਚ ਕਈਆਂ ਦੀ ਜ਼ਿੰਦਗੀ ਅਗਿਆਨ ਦੇ ਵਿੱਚ ਸੁੱਤਿਆਂ ਬਤੀਤ ਗਈ ਹੈ, ਅਤੇ ਜਿਹੜੇ ਕੁਦਰਤੀ ਅਗਿਆਨ ਦੇ ਵਿੱਚ ਨਹੀਂ ਸਨ, ਮਾੜੇ ਮੋਟੇ ਜਾਗਦੇ ਸਨ, ਉਹਨਾਂ ਦੀ ਬਾਰੀ ਵਰਤਣ ਦੇ ਤਲ 'ਤੇ ਬੀਤ ਗਈ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕੇਰੇ ਕੰਮ। ਹੁਣ ਲੇਖਾ ਰੱਬ ਮੰਗੇਸੀਆ ਦਾ ਭਾਵ ਕੀ ਹੈ ਕਿ ਹੁਣ ਅੱਜ ਦੇ ਸਮੇਂ 'ਚ ਬਹੁਤ ਸਿੱਖ ਪੰਥ ਦੇ ਵਿੱਚ ਇੱਕ ਆਵਾਜ਼ ਉੱਠਣ ਲੱਗ ਪਈ ਹੈ ਕਿ ਰੈਸ਼ਨਲ ਵਿਆਖਿਆ ਕਰਿਆ ਕਰੋ। ਰੈਸ਼ਨਲ ਵਿਆਖਿਆ ਦਾ ਮਤਲਬ ਬੌਧਿਕ ਵਿਆਖਿਆ, ਕਿ ਸਾਨੂੰ ਸ਼ਰਧਾ ਦੀ ਲਿਪਤ ਵਾਲੀ ਵਿਆਖਿਆ ਨਹੀਂ ਚਾਹੀਦੀ। ਇਹ ਬਹੁਤ ਹਿੱਸੇ ਵਿੱਚ ਇਹ ਗੱਲ ਚੱਲਣ ਲੱਗ ਪਈ ਹੈ, ਅਤੇ ਕਥਾਵਾਚਕ ਨਾਸਤਕੀ ਸੁਰ ਦੇ ਵਿੱਚ ਬੋਲਣ ਲੱਗ ਪਏ ਨੇ। ਪਰ ਰੈਸ਼ਨਲ ਦੀ ਕਿਤੇ ਸੀਮਾ ਬਣ ਜਾਂਦੀ ਹੈ। ਜਿਹੜਾ ਸ਼ਬਦ ਦਾ ਅਨੁਭਵ ਹੈ, ਉਹ ਬੜੀਆਂ ਚੀਜ਼ਾਂ ਨੂੰ ਆਪਣੇ ਅੰਦਰ ਸਮਾ ਲੈਂਦਾ। ਇਸ ਕਰਕੇ ਲੇਖਾ ਰੱਬ ਮੰਗੇਸੀਆ ਦਾ ਰੈਸ਼ਨਲ ਭਾਵ ਦੀ ਵੀ ਜੇ ਗੱਲ ਕਰ ਲਈਏ ਤਾਂ ਉਹ ਇਹ ਬਣਦਾ ਹੈ ਕਿ ਇਹ ਪ੍ਰਕਿਰਤੀ ਦਾ ਵਿਧਾਨ ਹੈ। ਇਹਦੇ ਵਿੱਚ 4 ਤੱਤ ਸ਼ਾਮਲ ਨੇ ਅਤੇ ਆਕਾਸ਼। ਜਦੋਂ ਪ੍ਰਕਿਰਤੀ ਇੱਛਾ ਕਰਦੀ ਹੈ ਕਿ ਕਿਸੇ ਬੰਦੇ ਦਾ ਆਕਾਰ ਬਣੇ, ਇਹਨੂੰ ਸਾਇੰਸ ਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਯੂਨੀਵਰਸਲ ਦਾ ਕ੍ਰੀਏਸ਼ਨ ਫਾਰਮੂਲਾ ਹੁੰਦਾ ਹੈ। ਜਦੋਂ ਉਹ ਜ਼ੋਰ ਮਾਰਦਾ ਹੈ ਅਤੇ ਉਹ 4 ਤੱਤਾਂ ਨੂੰ ਨੇੜੇ ਲਿਆ ਕੇ ਆਕਾਸ਼ ਨੂੰ ਸ਼ਾਮਲ ਕਰ ਲੈਂਦਾ ਹੈ, ਅਤੇ ਮਨੁੱਖ ਦੀ ਕ੍ਰੀਏਸ਼ਨ ਦੇ ਅੰਦਰ ਕ੍ਰੀਏਸ਼ਨ ਬਣਾਉਣੀ ਸ਼ੁਰੂ ਕਰ ਦਿੰਦਾ। ਹੁਣ ਜਦੋਂ ਧਰਤੀ ਨੇ ਆਪਣੇ 5 ਤੱਤ ਲਾ ਕੇ ਇੱਕ ਮਨੁੱਖ ਦੀ ਦੇਹ ਖੜੀ ਕੀਤੀ ਹੈ, ਅਤੇ ਜਿਹੜਾ ਖਲਾਅ ਚੱਲ ਰਿਹਾ ਬ੍ਰਹਿਮੰਡ ਦੇ ਦੁਆਲੇ ਹਵਾ ਦਾ, ਜਿਹਨੂੰ ਆਕਸੀਜਨ ਦਾ ਕਹਿੰਦੇ ਆ, ਉਹਨੇ ਮਨੁੱਖ ਦੇ ਜੀਵਨ ਦੀ ਰਫ਼ਤਾਰ ਬਣਾਈ ਹੈ, ਚੱਲਣ ਦੀ, ਹਰ ਵਕਤ ਸਾਹ ਲੈਣ ਦੀ। ਅਤੇ ਧਰਤੀ 'ਤੇ ਜਿਹੜਾ ਕੁਝ ਪੈਦਾ ਹੋ ਰਿਹਾ ਰਿਜ਼ਕ ਦੇ ਨੁਕਤੇ ਤੋਂ, ਉਹਨੇ ਮਨੁੱਖ ਦੇ ਜੀਵਨ ਨੂੰ ਚਲਾਇਆ ਹੋਇਆ ਹੈ। ਇਹ 3 ਚੀਜ਼ਾਂ ਬ੍ਰਹਿਮੰਡ ਦੇ ਵਿੱਚ ਬੰਦੇ ਦੇ ਜੀਵਨ ਨੂੰ ਚਲਾ ਰਹੀਆਂ ਹਨ। ਅਤੇ ਫਿਰ ਅੱਗੇ ਸੰਬੰਧਾਂ ਦੇ ਨੁਕਤੇ ਤੋਂ ਅਟਰੈਕਸ਼ਨ ਦਿੱਤੀ ਹੋਈ ਹੈ
ਇਹ ਚਾਰ ਚੀਜ਼ਾਂ ਬੰਦੇ ਦੇ ਜੀਵਨ ਨੂੰ ਚਲਾ ਰਹੀਆਂ ਹਨ, ਅਤੇ ਜੇ ਇਹਨਾਂ ਦੇ ਨਾਲ ਬੰਦਾ ਧਰਤੀ 'ਤੇ ਕੁਝ ਵੱਡਾ ਨਹੀਂ ਪੈਦਾ ਕਰਦਾ ਅਤੇ ਜਿਹੜੀ ਪ੍ਰਕਿਰਤੀ ਹੈ ਉਹ ਫਿਰ ਇਹਨੂੰ ਉਸੇ ਰੈਲਮ 'ਚ ਪਾ ਕੇ ਆਪਣਾ ਕਰ ਇਹਦੇ ਕੋਲੋਂ ਭੁਗਤਾ ਲੈਂਦੀ ਹੈ। ਕਰ ਭੁਗਤਾਉਣ ਦਾ ਮਤਲਬ ਇਹ ਹੈ ਕਿ ਤੈਨੂੰ ਮਨੁੱਖ ਦੀ ਚੇਤਨਾ ਤੱਕ ਕੁਦਰਤ ਨੇ ਲੈ ਆਂਦਾ, ਪਰ ਤੂੰ ਮਨੁੱਖ ਤੋਂ ਅੱਗੇ ਕੋਈ ਵੱਡਾ ਵਿਕਾਸ ਨਹੀਂ ਕੀਤਾ, ਪਸ਼ੂ ਤੋਂ ਵੀ ਨਿਮਨ ਰਿਹਾ। ਹੁਣ ਕੁਦਰਤੀ ਮੈਂ ਕਿਸੇ ਦਿਨ ਕਿਸੇ ਦਾ ਖਿਆਲ ਸੁਣ ਰਿਹਾ ਸਾਂ ਪਸ਼ੂਆਂ ਦੇ ਸੰਬੰਧ ਦੇ ਵਿੱਚ ਕਿ ਪਸ਼ੂਆਂ ਨੂੰ ਜੀਵਨ ਦੇ ਵਿੱਚ ਕਾਮੁਕਤਾ ਦੀ ਪੂਰਤੀ ਦੀ ਕਿੰਨੀ ਕੁ ਲੋੜ ਹੁੰਦੀ ਹੈ। ਮਨੁੱਖ ਦਾ ਤਾਂ ਜੀਵਨ ਵਿੱਚ ਗਰਕ ਹੋ ਕੇ ਪਿਆ ਹੀ ਹੈ। ਕੁਦਰਤੀ ਜਿੰਨੇ ਪਸ਼ੂਆਂ ਦੇ ਬਾਰੇ ਐਨਾਲਿਸਿਸ ਕੀਤਾ, ਕਈ ਪਸ਼ੂ ਤਾਂ ਐਸੇ ਸਨ ਜਿਨ੍ਹਾਂ ਨੂੰ 1 ਸਾਲ ਬਾਅਦ ਜਾ ਕੇ ਕੋਈ 10 ਸੈਕਿੰਡ ਦੀ ਕਾਮੁਕਤਾ ਦੀ ਲੋੜ ਪੈਂਦੀ। ਮਨੁੱਖ ਨੂੰ ਹਰਦਮ ਫੁਰਨੇ ਚਾਹੀਦੇ ਨੇ, ਕਾਮ ਦੇ ਹਰਦਮ ਕਾਮੁਕ ਭਰਮਾਰ ਚਾਹੀਦੀ ਹੈ। ਬਾਜ਼ਾਰ ਦੇਖ ਲਓ, ਸਿਨੇਮਾ ਦੇਖ ਲਓ, TV ਦੇਖ ਲਓ, ਮੋਬਾਈਲ ਦੇਖ ਲਓ। ਹੈਰਾਨਗੀ ਦੀ ਗੱਲ ਹੈ ਕਿ ਜਿਹੜਾ ਅਖਬਾਰ ਦਾ ਪੈਟਰਨ ਸੀ ਉਹ ਥਾਟ ਦਾ ਸੀ। ਹੈਰਾਨਗੀ ਦੀ ਗੱਲ ਹੈ ਉਹਦੇ ਵਿੱਚ ਵੀ 3-4 ਪੰਨੇ ਐਸੇ ਆਉਣ ਲੱਗ ਪਏ ਹਨ ਕਿ ਮਨੁੱਖ ਦੇ ਮਨ ਨੂੰ ਭ੍ਰਮਿਤ ਕਰਨਾ ਹੈ ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਲੇਖਾ ਰੱਬ ਮੰਗੇਸੀਆ, ਜਿੰਨੀ ਸੰਪੂਰਨਤਾ ਦੇ ਵਿੱਚ ਮਾਲਕ ਨੇ ਪੈਦਾ ਕੀਤਾ, ਜੇ ਉਸ ਤੋਂ ਅੱਗੇ ਇੱਕ ਕਦਮ ਕਰੇਗਾ ਤਾਂ ਠੀਕ ਹੈ, ਨਹੀਂ ਤਾਂ ਪ੍ਰਕਿਰਤੀ ਤੈਨੂੰ ਉਸ ਰੂਪ ਦੇ ਵਿੱਚ ਲੈ ਲਏਗੀ ਜਿਹੜੇ ਰੂਪ ਦੇ ਵਿੱਚ ਤੂੰ ਧਰਤੀ ਦੇ ਲਈ ਵਰਦਾਨ ਬਣ ਸਕਿਆ। ਬੰਦਾ ਹੋ ਕੇ ਧਰਤੀ ਲਈ ਵਰਦਾਨ ਨਹੀਂ ਬਣ ਸਕਿਆ ਤਾਂ ਕੁਦਰਤ ਤੈਨੂੰ ਪਸ਼ੂ ਦੇ ਕਲ 'ਤੇ ਲਾਏਗੀ। ਘੱਟੋ ਘੱਟ ਫਿਰ ਤਾਂ ਧਰਤੀ ਦਾ ਭਲਾ ਕਰ ਸਕੇਗਾ ਨਾ, ਫਿਰ ਤਾਂ ਤੇਰਾ ਗੋਹਾ ਵੀ ਲਾਭ ਪਹੁੰਚਾਏਗਾ, ਧਰਤੀ ਨੂੰ ਹੱਡ ਵੀ ਲਾਭ ਪਹੁੰਚਾਉਣਗੇ, ਤੇਰੇ ਜੀਵਨ ਦਾ ਦੁੱਧ, ਮਾਸ, ਖੱਲ ਸਾਰਾ ਕੁਝ ਲਾਭ ਪਹੁੰਚਾਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲੇਖਾ ਰੱਬ ਮੰਗੇਸੀਆ ਦਾ ਭਾਵ ਹੈ ਕਿ ਮਾਲਕ ਨੇ ਸਾਨੂੰ ਕਿਰਪਾ ਦੇ ਨਾਲ ਇੱਕ ਸੰਪੂਰਨ ਰੂਪ ਤੱਕ ਭੇਜ ਦਿੱਤਾ ਅਤੇ ਤੋਂ ਅੱਗੇ ਦਾ ਜੀਵਨ ਜਿਉਣਾ ਹੈ। ਹੁਣ ਸਾਰੀ ਜ਼ਿੰਦਗੀ ਹੁਣ ਕੁਦਰਤੀ ਹੈ। ਮੈਂ ਦੇਖਦਾ ਕਈ ਵਾਰੀ ਬੰਦਾ ਪਸ਼ੂ ਦੇ ਤਲ ਦੀ ਗਿਣਤੀ ਕਰ ਲਏ। ਆ ਪਸ਼ੂ ਕਈ ਵਾਰੀ ਚਾਰਾ ਪਾ ਦਿੰਦੇ ਨੇ, ਖੁਰਲੀ ਭਰ ਦਈਦੀ ਹੈ, ਉਹ ਪੂਰੀ ਤਰ੍ਹਾਂ ਖਾਂਦੇ ਨੇ, ਮੁੜ ਕੇ ਜਦੋਂ ਰੱਜ ਜਾਂਦੇ ਨੇ ਮੁੜ ਕੇ ਖੁਰਲੀ ਵੱਲ ਪਰਤਦੇ ਨਹੀਂ ਉਹ, ਜਦੋਂ ਤੱਕ ਦੁਬਾਰਾ ਭੁੱਖ ਨਾ ਲੱਗੇ। ਅਤੇ ਬੰਦੇ ਦਾ ਪੇਟ ਜਵਾਬ ਦੇ ਜਾਂਦਾ। ਡਾਕਟਰ ਨੇ ਰਿਪੋਰਟ ਤਿਆਰ ਕੀਤੀ ਕਿ ਸਾਰੇ ਸਰੀਰ ਤੇਜ਼ਾਬੀ ਮਾਤਰਾ ਬਣਨੀ ਸ਼ੁਰੂ ਹੋ ਗਈ ਹੈ, ਤਾਂ ਵੀ ਸ਼ਾਦੀਆਂ ਦੇ ਗੇੜੇ ਲਗਾਉਣ ਤੋਂ ਹਟਦਾ ਨਹੀਂ। ਕੁਦਰਤੀ ਹੈ ਕਿ ਬਾਹਰੀ ਤਲ 'ਤੇ ਭਰਮ ਰਿਹਾ, ਹੰਡਣ ਦਾ ਭਰਮ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਤੂੰ ਆਹੋਂ ਕੇਰੇ ਕੰਮ, ਜੇ ਇੰਨੇ ਕੀ ਪ੍ਰਯੋਜਨ ਪੂਰੇ ਕਰਨੇ ਨੇ ਤਾਂ ਫਿਰ ਤਾਂ ਪਸ਼ੂ ਜੂਨਾਂ ਸਾਰੀਆਂ ਮਨੁੱਖ ਨਾਲੋਂ ਅੱਗੇ ਨੇ। ਕੀੜੀ ਸਾਰਾ ਦਿਨ ਉੱਦਮ ਦੇ ਵਿੱਚ ਰਹਿੰਦੀ ਹੈ ਅਤੇ ਖਾਂਦੀ ਮੁਸ਼ਕਿਲ ਦੇ ਨਾਲ 2 ਦਾਣੇ। ਦਾਣੇ ਕਿੱਥੇ ਖਾਂਦੀ ਹੋਏਗੀ, ਪਤਾ ਨਹੀਂ ਕਿੰਨਾ ਖਾਂਦੀ ਹੈ, ਪਰ ਚਲਦੀ ਸਾਰਾ ਦਿਨ ਰਹਿੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਤੂੰ ਆਹੋਂ ਕੇਰੇ ਕੰਮ, ਕਿ ਕੇਵਲ ਇੱਥੋਂ ਤੱਕ ਜੀਵਨ ਦਾ ਪ੍ਰਯੋਜਨ ਨਹੀਂ ਹੈ, ਜੀਵਨ ਦਾ ਪ੍ਰਯੋਜਨ ਇਸ ਤੋਂ ਵੱਡਾ ਵੀ ਹੈ। ਅਤੇ ਕੁਦਰਤੀ ਹੈ ਕਿ ਜਿਵੇਂ ਦੁਨੀਆ ਭਰ ਦੇ ਜਿੰਨੇ ਵੱਡੇ ਵਿਦਵਾਨ ਹੋਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮਾਨਵਤਾ ਆਪਣੀ ਚੇਤਨਾ ਨੂੰ ਅੱਧਾ ਵੀ ਵਿਕਸਿਤ ਨਹੀਂ ਕਰਦੀ ਉਦੋਂ ਤੱਕ ਮਾਨਵਤਾ ਦਾ ਜੀਵਨ ਸੁਖਦਾਇਕ ਨਹੀਂ ਹੋ ਸਕਦਾ। ਹੁਣ ਕੁਦਰਤੀ ਹੈ ਵਰਤਮਾਨ ਸਮੇਂ 'ਚ ਬੰਦਾ ਹਰੇਕ ਚੀਜ਼ ਦਾ ਮਸ਼ੀਨ ਦਾ ਆਦੀ ਹੋ ਗਿਆ। ਅਤੇ ਇਸ ਗੱਲ ਦਾ ਇੱਕ ਨਿਰਣਾ ਰੱਖਦਿਆਂ ਵੈਸਟ ਦੇ ਵਿੱਚ ਇਹ ਗੱਲ ਚੱਲਣ ਲੱਗ ਪਈ ਹੈ। ਹੁਣ ਵੈਸਟ ਦੇ ਵਿੱਚ ਉੱਥੋਂ ਦੇ ਜਿਹੜੇ ਵੱਡੇ ਸੋਸ਼ੋਲੋਜਿਸਟ ਨੇ ਵੱਡੇ, ਉਹਨਾਂ ਨੇ ਕਿਹਾ ਕਿ ਜੇ ਵੈਸਟ ਦੇ ਜੀਵਨ ਦੇ ਕੋਈ ਮੀਨਿੰਗ ਬਚਾਉਣੇ ਨੇ ਤਾਂ ਇੱਕ ਟੈਕਨੋਲੋਜੀ ਨੂੰ ਜੀਵਨ ਦੇ ਵਿੱਚ ਮਨਫੀ ਕਰੋ। ਉਹ ਇਸ ਗੱਲ 'ਤੇ ਆ ਗਏ ਨੇ ਹੌਲੀ ਹੌਲੀ। ਹੁਣ ਕੁਦਰਤੀ ਹੈ ਅਸੀਂ ਅਜੇ ਉਸ ਦੌੜ ਵੱਲ ਜਾਣਾ ਹੈ, ਉਹ ਮੁੜ ਪਏ ਨੇ ਉੱਧਰੋਂ। ਉਹਨਾਂ ਨੇ ਕਿਹਾ ਕਿ ਟੈਕਨੋਲੋਜੀ ਦੇ ਜਿੰਨੇ ਛੋਟੇ ਵੱਡੇ ਰੂਪ ਨੇ ਇਹਨਾਂ ਦੀ ਲੋੜ ਨੂੰ ਜ਼ਿੰਦਗੀ 'ਚ ਘਟਾਉਣਾ ਸ਼ੁਰੂ ਕਰੋ, ਨਹੀਂ ਤਾਂ ਮਨੁੱਖ ਦਾ ਕੋਈ ਜ਼ਿੰਦਗੀ ਦਾ ਮੀਨਿੰਗ ਨਹੀਂ ਬਚੇਗਾ। ਹੈਰਾਨਗੀ ਦੀ ਗੱਲ ਹੁੰਦੀ ਹੈ, ਅਸੀਂ ਤਾਂ ਚਲੋ ਅਜੇ ਇੱਥੇ ਥੋੜ੍ਹਾ ਬਹੁਤਾ ਬਹੁਤ ਪਿੱਛੇ ਚੱਲ ਰਹੇ ਹਾਂ। ਜਦੋਂ ਅਗਲੇਰਾ ਜੀਵਨ ਦੇਖੀਦਾ ਤਾਂ ਉਹ ਹੰਡ ਕਹਿ ਦਾ ਭਰਮ ਹੀ ਹੈ ਕਿ ਮੈਂ ਸਿਰਫ ਇੱਕ ਰੋਬੋਟ ਵਾਂਗ ਰਹਿਣਾ, ਮੈਨੂੰ ਕੁਝ ਨਾ ਕਰਨਾ ਪਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਜੀਵਨ ਇੱਥੋਂ ਤੱਕ ਲੈ ਆਏ ਹਾਂ ਅਤੇ ਪਹਿਲਾਂ ਹੀ ਇਹ ਬੰਦਗੀ ਨਹੀਂ ਪੈਦਾ ਕਰ ਰਿਹਾ, ਉੱਤੋਂ ਜੀਵਨ ਨੂੰ ਹੋਰ ਲੇਜੀ ਕਰ ਦਿੱਤਾ, ਤਾਂ ਕਹਿੰਦੇ ਫਿਰ ਤੇਰੇ ਦੇਹ ਦਾ ਪ੍ਰਯੋਜਨ ਬਚੇਗਾ ਕੀ? ਫਿਰ ਤਾਂ ਧਰਤੀ 'ਤੇ ਫਿਰ ਮਨੁੱਖ ਦੀ ਲੋੜ ਨਹੀਂ ਚਾਹੀਦੀ, ਕਿਉਂਕਿ ਮਨੁੱਖ ਤਾਂ ਅੱਗੇ ਹੀ ਜਿੰਨੇ ਆ ਧਰਤੀ 'ਤੇ ਜਿਹੜੇ ਵਿਸ਼ਵੀ ਖਤਰੇ ਚੱਲ ਰਹੇ ਹਨ ਇਹ ਸਾਰੇ ਮਨੁੱਖ ਦੇ ਪੈਦਾ ਕੀਤੇ ਹੋਏ ਹਨ। ਚਾਹੇ ਉਹ ਗਲੋਬਲ ਵਾਰਮਿੰਗ ਦਾ ਹੋਵੇ, ਕੂੜੇ ਦਾ ਹੋਵੇ, ਪਰਮਾਣੂ ਊਰਜਾ ਦਾ, ਕੋਈ ਵੀ, ਤਾਂ ਸਾਰੇ ਬੰਦੇ ਦੇ ਪੈਦਾ ਕੀਤੇ। ਪਸ਼ੂ ਵਿਚਾਰਿਆਂ ਨੇ ਕੀ ਕੀਤਾ ਹੈ? ਇਸ ਕਰਕੇ ਕਹਿੰਦੇ ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕੇਰੇ ਕੰਮ। ਇਸ ਕਰਕੇ ਕਈ ਪਰਮਾਣੂ ਵਿਗਿਆਨਕ ਆਖਦੇ ਹਨ ਕਿ ਜਦੋਂ ਇਹ ਧਰਤੀ ਤਬਾਹ ਹੋਈ ਅਤੇ ਇਹਦਾ ਜ਼ਿੰਮੇਦਾਰ ਜਿਹੜਾ ਆਪਣੇ ਆਪ ਨੂੰ ਸਮਾਜਿਕ ਪ੍ਰਾਣੀ ਅਖਵਾਉਂਦਾ ਉਹੀ ਹੋਏਗਾ, ਪਸ਼ੂ ਨਹੀਂ ਹੋਣਗੇ। ਅੱਜ ਸਾਨੂੰ ਲੱਗਦਾ ਧਰਤੀ 'ਤੇ ਗੰਦ ਪਾਈ ਜਾ ਰਹੇ, ਸਾਨੂੰ ਕੀ ਫਰਕ ਹੈ ਜੀ? ਪਰ ਉਹੀ ਗੰਦ ਜਦੋਂ ਸਾਡੀ ਧਰਤੀ ਦੇ ਲਈ ਸਰਾਪ ਬਣ ਗਿਆ
ਹੁਣ ਕੁਦਰਤੀ ਆ ਪੰਜਾਬ ਦੇ ਵਿੱਚ ਕਈ ਹਿੱਸੇ ਬਣੇ ਹੋਏ ਨੇ ਪਾਣੀ ਦੇ ਕਰਕੇ, ਕੋਈ ਰੈੱਡ ਜ਼ੋਨ 'ਚ ਹੈ, ਕੋਈ ਡਾਰਕ ਜ਼ੋਨ 'ਚ ਹੈ। ਤਾਂ ਗੱਲ ਕੀ ਹੈ, ਮਨੁੱਖ ਦੀ ਆਪਣੀ ਲੋੜ ਦੇ ਲਈ ਬੇਤਰਤੀਬੀ ਵਰਤੋਂ ਕੁਦਰਤੀ ਹੈ। ਇੱਥੇ ਕਈ ਵਾਰੀ ਦੇਖੀਦਾ ਕਿ ਅਜੇ ਤੱਕ ਉਂਝ ਕੀ ਹੈ ਕਿ ਇਨਵਾਇਰਮੈਂਟ ਸਟੱਡੀ ਦੇ ਵਿੱਚ ਬੈਚਲਰ ਡਿਗਰੀ ਕੀਤੀ ਹੈ, ਮਾਸਟਰ ਡਿਗਰੀ ਕੀਤੀ ਹੈ, ਅਜੇ ਤੱਕ ਚੰਗੇ ਢੰਗ ਨਾਲ ਬੁਰਸ਼ ਕਰਨ ਦਾ ਚੱਜ ਨਹੀਂ, 2 ਤੋਂ 3 ਲੀਟਰ ਪਾਣੀ ਵੈਸੇ ਖਰਾਬ ਕਰ ਦਿੰਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਧਰਤੀ ਤੋਂ ਜੋ ਕੁਝ ਵੀ ਵਰਤੋਂ ਕਰ ਰਹੇ ਉਸ ਹਰੇਕ ਦਾ ਤੁਹਾਨੂੰ ਕਰ ਭੁਗਤਾਉਣਾ ਪਏਗਾ। ਅਤੇ ਇਹ ਹੁਣ ਮਨੁੱਖ ਦਾ ਜਿਹੜਾ ਕਰਜ਼ਾ, ਮਨੁੱਖ ਦੀ ਆਪ ਹੁਦਰਾਪਣ, ਉਹ ਪ੍ਰਕਿਰਤੀ 'ਤੇ ਵੱਧਦਾ ਜਾਂਦਾ ਹੈ ਅਤੇ ਪ੍ਰਕਿਰਤੀ ਫਿਰ ਇਹਦਾ ਹਿਸਾਬ ਕਿਤਾਬ ਬਰਾਬਰ ਕਰ ਲੈਂਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੂੰ ਆਹੋ ਕੇਰੇ ਕੰਮ ਮਨੁੱਖ ਸੁਚੇਤ ਹੋ। ਜੇ ਧਰਤੀ ਦੀ ਇਹ ਸੁੰਦਰ ਰਚਨਾ ਤੂੰ ਠੀਕ ਨਹੀਂ ਬਣਾ ਸਕਦਾ ਤਾਂ ਤੈਨੂੰ ਵਿਗਾੜਨ ਦਾ ਕੋਈ ਹੱਕ ਨਹੀਂ। ਇਸ ਕਰਕੇ ਆਪਣੇ ਜੀਵਨ ਨੂੰ ਅਗਿਆਨ 'ਚੋਂ ਭਟਕਣ ਦੇ ਵਿੱਚੋਂ ਕੱਢ ਕੇ ਰੱਬੀ ਅਰਥਾਂ ਦੇ ਵੱਲ, ਗਿਆਨ ਦੇ ਅਰਥਾਂ ਵੱਲ ਲਿਆਉਣ ਦਾ ਯਤਨ ਕਰ, ਤਾਂ ਕਿ ਤੇਰੇ ਜੀਵਨ ਦੀ ਸੰਪੂਰਨਤਾ ਬਣੀ ਰਹਿਣ। ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ 'ਚ ਇੱਕ ਹੋਰ ਵੀ ਰਮਜ਼ ਹੈ, ਫਰੀਦਾ ਚਾਰ ਗਵਾਇਆ ਹੰਡ ਕੈ। ਮਤਲਬ ਜਿਨ੍ਹਾਂ ਨੇ ਜੀਵਨ ਨੂੰ ਪਹਿਲਾਂ ਨਿਸ਼ਚਿਤ ਜਾਣਿਆ, ਜਿਨ੍ਹਾਂ ਨੇ ਜੀਵਨ ਨੂੰ ਨਿਸ਼ਚਿਤ ਨਹੀਂ ਜਾਣਿਆ, ਉਹਨਾਂ ਨੇ ਗਿਆਨ ਦਾ ਅਰਥ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਅਸੀਂ ਕੁਦਰਤੀ, ਮੈਂ ਕਿਸੇ ਦਿਨ ਇੱਥੇ ਕਿਸੇ ਬੱਚੇ ਨੂੰ ਪ੍ਰੇਰਨਾ ਕਰ ਰਿਹਾ ਸਾਂ ਕਿ ਭਾਈ ਤੂੰ ਅਜੇ ਦਿਮਾਗ ਤੇਰਾ ਠੀਕ ਹੈ, ਥੋੜ੍ਹਾ ਮਾੜਾ ਮੋਟਾ ਗੁਰੂ ਘਰ ਆਇਆ ਕਰ। ਇਤਨੇ ਨੂੰ ਉਹਦੀ ਮਾਤਾ ਆ ਗਈ, ਕਹਿਣ ਲੱਗੀ ਅਜੇ ਦੀ ਖੇਡਣ ਦੀ ਉਮਰ ਹੈ। ਮੈਂ ਕਿਹਾ 14 ਸਾਲ ਕੋਈ ਖੇਡਣ ਦੀ ਉਮਰ ਨਹੀਂ ਹੁੰਦੀ। ਗਿਆਨ ਮੰਨਦਾ ਹੈ ਕਿ ਬੱਚੇ ਦੀ 5 ਸਾਲ ਤੋਂ ਬਾਅਦ ਖੇਡਣ ਦੀ ਉਮਰ ਨਹੀਂ ਹੁੰਦੀ। ਮੈਂ ਕਿਹਾ 14 ਹੁਣ ਮਾਤਾ ਠੱਗ ਰਹੀ ਹੈ। ਅਜੇ ਹੁਣ ਜਿਹੜੇ ਸਮੇਂ ਦੇ ਵਿੱਚ ਇਹਦਾ ਚਿੱਤ ਸ਼ਵੱਛ ਹੋ ਜਾਣਾ ਹੈ, ਮਾਤਾ ਨੇ ਭਰਮ 'ਚ ਪਾ ਦਿੱਤਾ ਖੇਡਣ ਦੀ। ਕਹਿੰਦੇ ਸੀਰੀਅਸਨੈਸ ਗੱਲਾਂ ਦੀ ਉਮਰ ਨਹੀਂ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੰਡ ਕਹਿ, ਕਿ ਜਿਹੜਾ ਹੰਡਣ ਦਾ ਹੈ ਕਿ ਚਲੋ ਹੁਣ ਹੰਡਣ ਦਾ ਅਸੀਂ ਮੰਨਿਆ ਹੋਇਆ 25 ਸਾਲ ਤੱਕ ਬੜੇ ਮਾਤਾ ਪਿਤਾ ਐਸੇ ਨੇ, 100 ਦੇ ਵਿੱਚੋਂ 90 ਮਿਲ ਜਾਣਗੇ ਕਿ 25-30 ਸਾਲ ਤੋਂ ਪਹਿਲਾਂ ਸਾਡਾ ਬੱਚਾ ਗੁਰੂ ਘਰ ਨਾ ਜਾਵੇ। ਜੇ ਚਲ ਗਿਆ ਤਾਂ ਇਹਦਾ ਜੀਵਨ ਖਰਾਬ ਹੋ ਜਾਏਗਾ। ਅਜੇ ਇਹਦੀ ਖੇਡਣ ਮੱਲਣ ਦੀ ਉਮਰ ਹੈ। ਉਹ ਖੇਡਣ ਮੱਲਣ ਦੀ ਉਮਰ ਮੁੜ ਕੇ ਇਹੋ ਜਿਹਾ ਸਰਾਪ ਬਣਨਾ ਸ਼ੁਰੂ ਹੋ ਗਈ ਹੈ ਕਿ ਪਿਛਲੇ ਦਿਨਾਂ ਵਿੱਚ ਅੰਕੜੇ ਆਏ ਹਨ ਕਿ ਪੰਜਾਬ ਦੇ 72 ਨੌਜਵਾਨ ਮਾਨਸਿਕ ਤੌਰ 100 ਦੇ ਵਿੱਚੋਂ 72 ਮਾਨਸਿਕ ਤੌਰ 'ਤੇ, ਅਕਲ ਤੌਰ 'ਤੇ, ਕ੍ਰੀਏਸ਼ਨ ਦੇ ਨੁਕਤੇ ਤੋਂ ਅਪਾਹਜ ਹੋ ਗਏ ਨੇ। 72 ਮਤਲਬ ਗਿਆਨ ਦੇ ਨੁਕਤੇ ਤੋਂ 72 ਬੱਚੇ ਜਿਹੜੇ ਹਨ ਨਾ ਚੰਗਾ ਸੋਚ ਸਕਦੇ ਨੇ, ਨਾ ਚੰਗਾ ਕਰ ਸਕਦੇ, ਅਤੇ ਨਾ ਚੰਗਾ ਕਰਨ ਦਾ ਉਹਨਾਂ 'ਚ ਫੋਰਸ ਬਚਿਆ ਹੋਇਆ ਹੈ। ਇਹ ਨੁਕਤਿਆਂ ਤੱਕ ਸਾਡੀ ਹਾਲਤ ਇੱਥੋਂ ਤੱਕ ਆ ਗਈ। ਤਾਂ ਜੇ ਅਸੀਂ ਕਹਿੰਦੇ ਨਹੀਂ ਖੇਡਣ ਮੱਲਣ ਦੀ ਉਮਰ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚਾਰ ਗਵਾਇਆ ਹੰਡ ਕੈ। ਇਹ ਅਵਸਥਾ ਦਾ ਅਰਥ ਛੱਡ ਦਿਓ ਕਿ ਆਹ ਖਾਣ ਪੀਣ ਦੀਆਂ ਨੇ, ਅਤੇ ਆਹ ਵਿਹਲੇ ਰਹਿਣ ਦੀਆਂ, ਅਤੇ ਆਹ ਮੌਜਾਂ ਮਾਣਨ ਦੀਆਂ ਨੇ। ਗਿਆਨ ਦਾ ਅਰਥ ਜੇ ਨਹੀਂ ਕਮਾਉਂਦੇ ਕਿਸੇ ਅਵਸਥਾ ਦੇ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਹਰ ਭਜਨ ਦੇ ਵਿੱਚ ਬੜਾ ਕੁਝ ਆ ਜਾਂਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੂੰ ਆਹੋਂ ਕੇਰੇ ਕੰਮ। ਆਰੰਭ ਦੇ ਵਿੱਚ ਮੰਗਲਾ ਚਰਨ ਦੇ ਵਿੱਚ ਅਰਜ਼ ਸੀ, ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ। ਹੁਣ ਕੁਦਰਤੀ ਕਈ ਵਾਰੀ ਇਸ ਕਰਕੇ ਕਦੇ ਪਸ਼ੂ ਤੋਂ ਵੀ ਅੱਗੇ ਲੰਘਣ ਦਾ ਯਤਨ ਕਰੋ। ਹੁਣ ਪਸ਼ੂ ਦਾ ਦੁੱਧ ਸਾਡੇ ਘਰਾਂ 'ਚ ਹੁੰਦਾ ਹੈ, ਸਾਨੂੰ ਵੀ ਫਾਇਦਾ ਦਿੰਦਾ ਹੈ, ਵੇਚ ਕੇ ਆਪਣੇ ਪੈਸੇ ਦਾ ਵੀ ਪ੍ਰਬੰਧ ਕਰਦੇ ਹਾਂ। ਮਨੁੱਖ ਹਾਂ ਸਾਡੇ ਪਾਸ ਇੰਨੇ ਸੋਰਸ ਨੇ, ਸਾਡੇ ਗੁਆਂਢੀ ਦੇ ਲਈ ਵਰਦਾਨ ਸਾਬਤ ਨਹੀਂ ਹੋ ਰਹੇ। ਤੂੰ ਆਹੋਂ ਕਿਹੜੇ ਕੰਮ। ਹਜ਼ਾਰਾਂ ਨੁਕਤੇ ਸ਼ਲੋਕ ਦੇ ਅੰਤਰਗਤ ਵਿਚਾਰੇ ਜਾ ਸਕਦੇ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਆਪਣੇ ਜੀਵਨ ਦੀ ਗਿਆਨ ਦੇ ਅਰਥਾਂ ਦੇ ਵਿੱਚ, ਬ੍ਰਹਿਮੰਡੀ ਅਰਥਾਂ ਦੇ ਵਿੱਚ ਵਿਚਾਰ ਕਰੇਗਾ, ਫਿਰ ਤੈਨੂੰ ਪਤਾ ਲੱਗੇਗਾ ਕਿ ਤੂੰ ਜਗਤ ਵਿੱਚ ਕਿਸ ਹਿੱਤ ਆਇਆ ਹੈ ਅਤੇ ਕਿਹੜੇ ਹਿੱਤ ਦੇ ਲਈ ਕਾਰਜ ਕਰ ਰਿਹਾ, ਅਤੇ ਕਿਹੜਾ ਕੁਝ ਤੇਰੇ ਕੋਲੋਂ ਨਹੀਂ ਹੋ ਰਿਹਾ। ਫਿਰ ਤੇਰੀ ਗਿਆਨ ਦੀ ਦ੍ਰਿਸ਼ਟੀ ਜਾਗੇਗੀ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਦੋਨਾਂ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਰਮੁਖ ਸ਼ਬਦ ਵਿਚਾਰ ਦੀ ਸਾਂਝ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।